ਕੀ ਦਿੱਕਤ ਹੈ? ਤੁਸੀਂ ਦਵਾਈ ਬਣਾਤੀ, ਉਹਨਾਂ ਨੇ ਤੁਸੀਂ ਉਹਨਾਂ ਕੋਲ ਲੈ ਕੇ ਜਾਓਗੇ, ਉਹਨਾਂ ਨੇ ਟਰਾਇਲ ਕਰ ਲੈਣਾ ਹੈ, ਜੇ ਉਹ ਵਧੀਆ ਹੋਈ, ਠੀਕ ਹੋਈ, ਕਾਰਗਰ ਹੋਈ ਤਾਂ ਉਹ ਲਾਗੂ ਹੋ ਜਾਣਗੇ। ਇਹੋ ਹੀ ਤੇ ਪਿੰਚ ਪੁਆਇੰਟ ਹੈ। ਇਹ ਜਿਹੜੀ WHO ਹੈ ਇਹ ਕਾਰਪੋਰੇਟ ਘਰਾਣਿਆਂ ਨੂੰ ਦੁਆਰਾ ਕੀਤੀਆਂ ਖੋਜਾਂ ਨੂੰ ਹੀ ਪ੍ਰਮੋਟ ਕਰਦੀ ਹੈ। ਸਿੱਧੇ ਸ਼ਬਦਾਂ 'ਚ ਕਹਿ ਸਕਦੇ ਹਾਂ ਕਿ ਇਹ ਕਾਰਪੋਰੇਟ ਘਰਾਣਿਆਂ ਦੀ ਦਲਾਲ ਸੰਸਥਾ ਹੈ। ਔਰ ਜਿਹੜੀ ICMR ਹੈ ਔਰ ICMR ਦੇ ਪ੍ਰਭਾਵ 'ਚ ਹੁਣ ICAR ਇਹ ਉਹਦੀਆਂ ਏਜੰਟ ਸੰਸਥਾਵਾਂ ਨੇ। ਇਹੋ ਹੀ ਸਰਕਾਰਾਂ ਨੂੰ ਕਹਿ ਕੇ ਨਵੇਂ-ਨਵੇਂ ਨਿਯਮ ਬਣਾਉਂਦੀਆਂ ਨੇ, ਕਾਨੂੰਨ ਬਣਾਉਂਦੀਆਂ ਨੇ। ਪਰ ਤੁਸੀਂ ਕਿਵੇਂ ਕਹਿ ਸਕਦੇ ਹੋ ਐਡੀਆਂ ਵੱਡੀਆਂ ਜਿਹੜੀਆਂ ਦਵਾਈਆਂ ਬਣ ਰਹੀਆਂ ਨੇ, ਰੋਜ਼ ਖੋਜਾਂ ਹੋ ਰਹੀਆਂ ਨੇ, ਰੋਜ਼ ਮਾਨਤਾਵਾਂ ਮਿਲ ਰਹੀਆਂ ਨੇ, ਸਭ ਕੁਝ ਤਾਂ ਹੋ ਰਿਹਾ ਹੈ, ਜੇ ਤੁਹਾਡੀ ਦਵਾਈ ਨੂੰ ਕੋਈ ਮਾਨਤਾ ਨਹੀਂ ਮਿਲੀ ਤਾਂ ਤੁਸੀਂ ਵੱਡੀਆਂ ਆਰਗੇਨਾਈਜੇਸ਼ਨ ਤੇ ਸਵਾਲ ਚੁੱਕਦੇ ਨੇ। ਇਹ ਕਹਿ ਰਹੇ ਆ ਜਦੋਂ ਕਿ $2.6 ਬਿਲੀਅਨ ਲੱਗਦੇ ਨੇ ਇੱਕ ਦਵਾਈ ਖੋਜ ਕਰਨ ਵਾਸਤੇ। ਹੁਣ ਮੈਂ ਜਿਹੜਾ ਸਵਾਲ ਇਹ ਕਰਨਾ ਚਾਹੁੰਦਾ, ਉਹ ਗੱਲ ਬੜੀ ਸਿੱਧੀ ਹੈ ਕਿ ਦਵਾਈ ਦੀ ਖੋਜ ਤਾਂ ਫ੍ਰੀ ਹੁੰਦੀ ਹੈ। ਦਵਾਈ ਦੀ ਖੋਜ ਤਾਂ ਉਦੋਂ ਹੁੰਦੀ ਹੈ ਜਦੋਂ ਕੁਦਰਤ, ਮਦਰ ਨੇਚਰ, ਮਾਂ ਕੁਦਰਤ, ਉਹ ਤੈਅ ਕਰਦੀ ਹੈ ਕਿ ਖੋਜ ਹੋਏਗੀ। ਤੁਹਾਨੂੰ ਕੀ ਲੱਗਦਾ ਹੈ ਕਿ ਇਕੱਲਾ ਬੰਦਾ ਕੋਈ ਖੋਜ ਕਰ ਦੇਗਾ? ਇਕੱਲੇ ਆ ਬੰਦਿਆਂ ਨੇ ਹੀ ਖੋਜਾਂ ਕੀਤੀਆਂ। ਜੇ 20 ਬੰਦਿਆਂ ਦੀ ਭੀੜ ਲੈ ਲਈਏ ਇਕੱਠੀ, ਉਹ ਖੋਜ ਨਹੀਂ ਕਰ ਸਕਦੇ। ਉਹ ਲੈਬ ਦੇ ਵਿੱਚ ਟੈਸਟ ਤਾਂ ਕਰ ਸਕਦੇ ਆ। ਜਿਹੜੀ ਅੰਦਰੋਂ ਥੋੜਾ ਵਿਵੇਕ ਉੱਠਦਾ ਨਾ ਖੋਜ ਦਾ, ਆਈਡੀਆਜ਼, ਹਾਂ, ਉਹ ਕਹਿਰੇ ਬੰਦੇ 'ਚ ਹੀ ਉੱਠਦਾ, ਕਰਮ ਕਹਿਰੇ 'ਚ। ਇਸੇ ਕਰਕੇ ਜਿੰਨੀਆਂ ਦੁਨੀਆ ਦੀਆਂ ਵੱਡੀਆਂ ਖੋਜਾਂ ਹੋਈਆਂ ਉਹ ਸੋਲਟਰੀ ਇਨਵੈਂਸ਼ਨ ਹੋਈਆਂ। ਇੱਕ ਮੈਡੀਕਲ ਅਫਸਰ ਡਾਕਟਰ ਸਾਹਿਬ, ਉਹ ਦਹਾਕਿਆਂ ਦੀਆਂ ਗੱਲਾਂ ਕਰਦੇ ਹੋ ਤੁਸੀਂ, ਅੱਜ ਦੀ ਗੱਲ ਦੱਸੋ। ਉਹ ਦਹਾਕਿਆਂ ਦੀਆਂ ਗੱਲਾਂ ਇਸ ਕਰਕੇ ਮੈਂ ਕਰਨੀਆਂ ਚਾਹੁੰਦਾ, ਸਦੀਆਂ ਪੁਰਾਣੀਆਂ ਗੱਲਾਂ ਦੱਸ ਰਹੇ ਹੋ ਤੁਸੀਂ। ਜਦੋਂ WHO ਬਣੀ ਇੱਕ ਬਹੁਤ ਹੀ ਵਧੀਆ ਸੰਸਥਾ ਸੀ। ਹੌਲੀ ਹੌਲੀ ਕੀ ਹੋਇਆ ਕਿ ਇਹ ਕਾਰਪੋਰੇਟ ਘਰਾਣਿਆਂ ਰਾਹੀਂ ਹਾਈਜੈਕ ਹੋ ਗਈ। ਫਿਰ ਸਾਨੂੰ 1980 ਦੇ ਵਿੱਚ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਬਣ ਗਈ ਹੈ। ਹੋ ਸਕਦਾ ਇਹਨੇ ਕੁਝ ਸਾਲ ਕੰਮ ਵਧੀਆ ਕੀਤਾ ਹੋਵੇ, ਪਰ ਜਦੋਂ ਦੀ ਇਹ ਬਣੀ ਆ, ਇਸ ਸੰਸਥਾ ਨੇ ਰਿਸਰਚ ਦੇ ਮਾਮਲੇ 'ਚ ਗੰਦਗੀ ਫੈਲਾਈ। ਤੁਸੀਂ ਕਹਿੰਦੇ ਹੋ ਮੈਂ ਲੰਪੀ ਸਕਿਨ ਦੀ ਦਵਾਈ ਜਿਹੜੀ ਆ ਕਾਰਗਰ ਹੈ, ਇਹ ਹੁਣ ਫਿਰ ਲੋਕਾਂ ਤੱਕ ਉਸ ਢੰਗ ਨਾਲ ਤੁਸੀਂ ਕਹਿਣਾ ਸੀ ਨਾ, ਸਰਕਾਰ ਨੂੰ, CM ਸਾਹਿਬ ਨੂੰ ਕੋਈ ਚਿੱਠੀ ਲਿਖ ਦੇਣੀ ਸੀ, ਡਿਪਾਰਟਮੈਂਟ ਨੂੰ ਕੋਈ ਚਿੱਠੀ ਲਿਖ ਦੇਣੀ ਸੀ, ਮਿਨਿਸਟਰ ਸਾਹਿਬ ਆਪਣੇ ਪੰਜਾਬ ਦੇ ਲਾਲਜੀਤ ਸਿੰਘ ਭੁੱਲਰ ਨੇ, ਮੈਨੂੰ ਲੱਗਦਾ ਪਸ਼ੂ ਪਾਲਣ ਮੰਤਰੀ, ਉਹਨਾਂ ਤੱਕ ਪਹੁੰਚ ਕਰ ਲੈਣੀ ਸੀ। ਕਿੱਡੀ ਕੋਈ ਵੱਡੀ ਗੱਲ ਹੈ। ਲਾਲਜੀਤ ਸਿੰਘ ਭੁੱਲਰ ਜੀ ਆ ਦੇਖ ਲਓ ਚਿੱਠੀਆਂ, ਇਹ 2/7/2022 ਨੂੰ ਲਿਖੀ ਹੋਈ ਆ। ਆ ਲਿਖੀ ਹੋਈ ਆ 8 ਕਿਹਨੂੰ ਲਿਖੀਆਂ? 8/2022 ਨੂੰ ਭਗਵੰਤ ਮਾਨ ਜੀ ਨੂੰ ਲਿਖੀਆਂ ਹੋਈਆਂ ਚਿੱਠੀਆਂ। ਆ ਤੀਜੀ ਚਿੱਠੀ ਲਿਖੀ ਆ ਰਿਮਾਈਂਡਰ, ਪਹਿਲੀ ਉਹਨਾਂ 'ਚ ਇੱਕ ਰਿਮਾਈਂਡਰ ਸੀ, ਆ ਦੂਜਾ ਰਿਮਾਈਂਡਰ ਹੈ, ਇਹ ਲਿਖਿਆ ਗਿਆ 23/8 ਨੂੰ। ਜਵਾਬ ਆਇਆ? ਕੋਈ ਜਵਾਬ ਨਹੀਂ ਆਇਆ ਇਹਨਾਂ 'ਚੋਂ ਕਿਸੇ ਚਿੱਠੀ ਦਾ। ਭੁੱਲਰ ਸਾਹਿਬ ਜੀ ਮੇਰੀ ਗੱਲ ਸੁਣ ਲਓ, ਲੋਕੀ ਭੁੱਲ ਜਾਂਦੇ ਹੁੰਦੇ ਆ ਮੁੜ ਕੇ ਸਾਰਾ ਕੁਝ, ਕਿਤੇ ਤੁਹਾਨੂੰ ਵੀ ਨਾ ਭੁੱਲ ਜਾਣ। ਲੰਪੀ ਦੀ ਬਿਮਾਰੀ ਫੈਲੀ ਹੋਈ ਆ, ਸੈਂਟਰ ਗਵਰਨਮੈਂਟ ਨੇ ਠੇਕਾ ਲਿਆ ਹੋਇਆ ਕਾਰਪੋਰੇਟ ਘਰਾਣਿਆਂ ਦਾ। ਉਹਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨੇ ਆ। ਔਰ ਸਿੱਧੀ ਜੀ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਕਿ ਜੇ ਤੁਸੀਂ ਜਿਹੜਾ ਸਿਸਟਮ ਟੋ ਕਰ ਰਹੇ ਹੋ, ਤੁਸੀਂ ਹੋ ਸਕਦਾ ਇਮਾਨਦਾਰ ਹੋ, ਤੁਸੀਂ ਹੋ ਸਕਦਾ ਬੜੇ ਇਮਾਨਦਾਰ ਹੋ, ਤੁਸੀਂ ਕਦੀ ਰਿਸ਼ਵਤ ਨਾ ਖਾਧੀ ਹੋਏ, ਪਰ ਤੁਸੀਂ ਜਿਹੜਾ ਸਿਸਟਮ ਟੋ ਕਰ ਰਹੇ ਹੋ WHO ਦਾ, ICMR ਦਾ, ਇਹ ਸਿਸਟਮ ਦਲਾਲ ਸਿਸਟਮ ਆ। ਗਜਟ ਦੇ ਵਿੱਚ ਕਾਨੂੰਨ ਬਣਿਆ ਨਿਊ ਡਰੱਗ ਐਂਡ ਕਲੀਨਿਕਲ ਟ੍ਰਾਇਲ ਰੂਲ, ਉਹਦੇ ਵਿੱਚ ਨਾ ਕੁਝ ਧਾਰਾਂ ਇਹੋ ਜਿਹੀਆਂ ਹੈਗੀਆਂ ਨੇ ਕਿ ਅਗਰ ਸਟੇਟ ਗਵਰਨਮੈਂਟ ਚਾਹੇ ਤਾਂ ਕਿਸੇ ਸਾਇੰਟਿਸਟ ਦੀ ਦਵਾ ਨੂੰ ਅੱਗੇ ਵਧਾ ਸਕਦੀ ਆ। ਮੈਂ ਕਹਿੰਦਾ ਕਿਸੇ ਨੇ ਮੋਦੀ ਸਾਹਿਬ ਦੇ ਦਿਮਾਗ 'ਚੋਂ ਗੱਲਾਂ ਪਹੁੰਚ ਗਈਆਂ ਤੇ ਉਹ ਧਾਰਾ ਉੱਡ ਜਾਣੀਆਂ ਨੇ। ਤੁਸੀਂ ਉਹਨਾਂ ਤੱਕ ਨਹੀਂ ਗਏ? ਤੁਸੀਂ ਉਹਨਾਂ ਤੱਕ ਵੀ ਮੈਂ ਆ ਦਵਾਈ ਆ ਟ੍ਰਾਇਲ ਕਰ ਲਓ? ਮਹਾਰਾਜ ਆ ਦੇਖੋ, ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦਾ ਡਾਕੂਮੈਂਟ ਆ ਮੇਰੇ ਕੋਲ, ਆ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦਾ ਡਾਕੂਮੈਂਟ ਆ ਮੇਰੇ ਕੋਲ। ਇਹਦੇ ਉੱਤੇ ਇੱਕ ਨੰਬਰ ਲੱਗਾ ਹੋਇਆ, ਇਹ ਨੰਬਰ ਦੀ ਇਨਕੁਆਇਰੀ ਕਰ ਦਿਓ, ਇਹ ਨੰਗੇ ਹੋ ਜਾਣਗੇ। ਇਹ ਜਿੱਦਾਂ ਜਲੀਲ ਕਰਦੇ ਆ ਨਾ ਸਾਇੰਟਿਸਟਾਂ ਨੂੰ, ਇਹ ਨੰਗੇ ਹੋ ਜਾਣਗੇ। ਉਹਨਾਂ ਨੂੰ ਕੀ ਲੱਗਦਾ ਹੈ ਵੀ ਸ਼ਾਇਦ BS ਔਲਖ ਨੂੰ ਕੋਈ ਫਾਇਦਾ ਹੋਣਾ ਇਹਦੇ ਨਾਲ? ਇਹ ਲੱਗਦਾ ਉਹਨਾਂ ਨੂੰ? ਨਾ, BS ਔਲਖ ਨੂੰ ਫਾਇਦਾ ਨਹੀਂ ਹੋਣਾ, ਇਹਨਾਂ ਨੂੰ ਹੁੰਦਾ ਵੀ ਕਾਰਪੋਰੇਟ ਘਰਾਣਿਆਂ ਦਾ ਨੁਕਸਾਨ ਹੋ ਜਾਣਾ। ਜਿਹੜੀਆਂ ਸੰਸਥਾਵਾਂ ਨੂੰ, ਜਿਹੜੀਆਂ ਸਰਕਾਰਾਂ ਨੂੰ ਤੁਸੀਂ ਚੈਲੰਜ ਕਰ ਰਹੇ ਹੋ ਯਾਰ, ਮੈਂ ਪੰਜਾਬੀ ਆ। ਕੀ ਆ ਤੁਹਾਡੇ ਕੋਲੇ? ਅੱਛਾ, ਜੇ ਤੁਹਾਡੀ ਖੋਜ ਗਲਤ ਹੋਈ ਤੁਹਾਡੇ ਤੇ ਕਾਰਵਾਈ ਹੋ ਜਾਣੀ ਹੈ, ਫਿਰ ਹੋ ਜਾਣ ਦਿਓ। ਮੈਂ ਕਹਿੰਦਾ ਮੇਰੇ ਤੇ ਕਰੋ ਕਾਰਵਾਈਆਂ, ਮੇਰੇ ਤੇ ਦੇਖੋ। ਪੰਜਾਬੀ ਆ ਮੈਂ, ਪੰਜਾਬੀ 'ਚ ਇੱਕ ਕਹਾਵਤ ਹੁੰਦੀ ਆ, ਮੇਰੇ ਤੇ ਮੁੱਛਾਂ ਦਾੜੀ ਹੈ ਨਹੀਂ, ਇੱਕ ਹੁੰਦਾ ਕਿ ਅਸੀਂ ਐਂ ਕਰਕੇ ਚੈਲੰਜ ਲੈਂਦੇ ਆ। ਆਹ ਦੇਖੋ ਮੇਰਾ ਚੈਲੰਜ, ਆਹ ਮੇਰਾ ਚੈਲੰਜ, ਚੱਕੋ। ਜੇ ਗਲਤ ਹੋਈ, ਜੇ ਗਲਤ ਹੋਇਆ, ਜੋ ਕਰਨਾ ਕਰ ਲਓ, ਮੈਨੂੰ ਸਾਰੀ ਉਮਰ ਜੇਲ੍ਹ 'ਚ ਜਾਣਾ ਮਨਜ਼ੂਰ ਹੈ। ਭਗਵੰਤ ਮਾਨ ਜੀ ਮੇਰੀ ਗੱਲ ਗੌਰ ਨਾਲ ਸੁਣਿਓ, ਜਦੋਂ ਸਿਸਟਮ ਸਾਇੰਸ ਨਾਲ ਟਕਰਾਉਂਦਾ ਹੁੰਦਾ ਨਾ ਤੇ ਹਮੇਸ਼ਾ ਸਿਸਟਮ ਹਾਰਦਾ ਹੁੰਦਾ, ਸਾਇੰਸ ਕਦੀ ਨਹੀਂ ਹਾਰੀ। ਮਤਲਬ ਜਦੋਂ ਕੋਈ ਨਵੀਂ ਖੋਜ ਹੁੰਦੀ ਹੈ, ਕੋਈ ਕਰਨਾ ਚਾਹੁੰਦਾ, ਕੋਈ ਦੱਸਣਾ ਚਾਹੁੰਦਾ ਹੈ ਨਾ, ਜਿਹੜੀ ਸਥਾਪਤੀ ਹੈ, ਭਾਵੇਂ ਧਰਮ ਦੀ ਹੈ, ਭਾਵੇਂ ਰਾਜ ਦੀ ਹੈ, ਇਹ ਚਰਚ ਤੇ ਸਟੇਟ ਜਦੋਂ ਇਕੱਠੇ ਹੋ ਜਾਣ ਨਾ, ਇਹ ਫਿਰ ਮਨੁੱਖਤਾ ਦਾ ਘਾਣ ਕਰਦੇ ਆ। ਹੁਣ ਡਾਕਟਰ ਸਾਹਿਬ ਵਿਗਿਆਨ ਦਾ ਵੀ ਘਾਣ BS ਔਲਖ ਹੋਣੀ ਸਾਡੇ ਕੋਲ ਬੈਠੇ ਆ, ਹਨਾ,
ਇਹ ਡਰੱਗ ਸਾਇੰਟਿਸਟ ਨੇ, ਖੋਜ ਵਿਗਿਆਨੀ ਨੇ, ਇਹ ਕਹਿੰਦੇ ਨੇ, ਇਹ ਪਿੱਟ ਕੇ ਕਹਿ ਰਹੇ ਨੇ ਕਿ ਮੇਰੀ ਦਵਾਈ ਕਾਰਗਰ ਹੈ, ਮੇਰੀ ਦਵਾਈ ਕਾਰਗਰ ਹੈ, ਪਸ਼ੂ ਬਚ ਸਕਦੇ ਨੇ, ਲੱਖਾਂ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਬਚ ਸਕਦਾ ਹੈ। ਸਰਕਾਰ ਕੋਈ ਸਟੈਪ ਲੈ ਰਹੀ, ਅਣਗੌਲਿਆ? ਤੁਹਾਨੂੰ ਮੈਂ ਕਹਿੰਦਾ ਸਰਕਾਰਾਂ ਨੂੰ ਕਿਉਂ ਫਾਇਦਾ ਹੁੰਦਾ ਹੈ? ਵੱਡੀ ਬਿਮਾਰੀ ਚੱਲੇ ਸਰਕਾਰ ਨੂੰ ਫਾਇਦਾ। ਅੱਛਾ, ਹਾਂ, ਹੜ੍ਹ ਆ ਜੇ ਸਰਕਾਰ ਨੂੰ ਫਾਇਦਾ, ਵੱਡੀ ਲੜਾਈ ਲੱਗ ਜੇ ਸਰਕਾਰਾਂ ਨੂੰ ਫਾਇਦਾ, ਮਰਨਾ ਤਾਂ ਲੋਕਾਂ ਨੇ ਆ। ਆ ਜਦੋਂ ਕਰੋਨਾ ਹੋਇਆ ਕਹਿੰਦੇ ਜੀ ਤਾਂ ਕਰਕੇ ਸਰਕਾਰ ਤੋਂ ਕੰਮ ਨਹੀਂ ਹੋਏ ਕਿ ਕਰੋਨਾ ਫੈਲ ਗਿਆ, ਤੁਹਾਨੂੰ ਸਭ ਨੂੰ ਇਹ ਪਤਾ ਹੈ, ਨਹੀਂ ਤਾਂ ਆਪਾਂ ਪਤਾ ਨਹੀਂ ਤਾਂ ਅਸੀਂ ਪਹਾੜਾਂ ਤੇ ਚੜ ਜਾਣਾ ਸੀ, ਐਵਰੈਸਟ ਦੇ ਉੱਤੇ ਝੰਡੇ ਗੱਡ ਦੇਣੇ ਸੀ ਅਸੀਂ। ਸਮਾਂ ਇਹ ਚੀਜ਼ਾਂ ਇਹਨਾਂ ਦੇ ਰਾਹ ਸਾਂਝੇ, ਇਹਨਾਂ ਦੇ ਬੰਦੇ, ਇਹਨਾਂ ਦਾ ਕਾਰਪੋਰੇਟ ਸੈਕਟਰ ਅਮੀਰ ਹੋਇਆ ਨਾ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਰਣਬੀਰ ਸਿੰਘ ਰਾਣਾ। ਪੰਜਾਬ ਸਮੇਤ ਦੇਸ਼ ਭਰ ਦੇ ਵਿੱਚ ਲੰਪੀ ਸਕਿਨ ਦੀ ਬਿਮਾਰੀ ਫੈਲਦੀ ਹੈ, ਬਹੁਤ ਸਾਰੇ ਪਸ਼ੂਆਂ ਦਾ ਨੁਕਸਾਨ ਹੁੰਦਾ ਹੈ, ਜਾਨ ਚਲੇ ਜਾਂਦੀ ਹੈ, ਪਸ਼ੂ ਪਾਲਕਾਂ ਦਾ ਆਰਥਿਕ ਨੁਕਸਾਨ ਹੁੰਦਾ। ਹਾਲਾਂਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਵੈਕਸੀਨੇਸ਼ਨ ਕਰਵਾ ਰਹੇ ਹਾਂ, ਅਸੀਂ ਲੋੜੀਂਦੀ ਮਦਦ ਕਰ ਰਹੇ ਹਾਂ, ਪਰ ਹਾਲੇ ਵੀ ਕਿਸਾਨਾਂ ਤੱਕ ਜਾਂ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਤੱਕ ਉਹ ਮਦਦ ਨਹੀਂ ਪਹੁੰਚੀ। ਤੇ ਸਾਡੇ ਨਾਲ ਡਰੱਗ ਸਾਇੰਟਿਸਟ ਨੇ, ਖੋਜ ਵਿਗਿਆਨੀ ਨੇ, ਜਿਨ੍ਹਾਂ ਨੇ ਲੰਪੀ ਸਕਿਨ ਦੀ ਇੱਕ ਦਵਾਈ ਬਣਾਈ, ਪਰ ਉਹਨਾਂ ਨੂੰ ਇੱਕ ਗੱਲ ਦਾ ਮਲਾਲ ਹੈ ਕਿ ਉਹ ਦਵਾਈ ਲੋਕਾਂ ਤੱਕ ਉਸ ਢੰਗ ਨਾਲ ਨਹੀਂ ਪਹੁੰਚ ਸਕੀ ਜਿਵੇਂ ਪਹੁੰਚਣੀ ਚਾਹੀਦੀ ਸੀ। ਉਹਨਾਂ ਨਾਲ ਹੀ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ। BS ਔਲਖ ਸਾਹਿਬ ਨੇ, ਡਰੱਗ ਸਾਇੰਟਿਸਟ ਨੇ। ਨਾਲ ਹੀ ਸਾਡੇ ਨਾਲ ਬਾਪੂ ਬਲਕੌਰ ਸਿੰਘ ਨੇ, ਜਿਹੜੇ ਸਮਾਜਿਕ ਮੁੱਦਿਆਂ ਦੇ ਮਾਹਿਰ ਨੇ। ਡਾਕਟਰ ਸਾਹਿਬ, ਪਹਿਲਾਂ ਤਾਂ ਜਿਹੜੀ ਦਵਾਈ ਹੈ, ਤੁਸੀਂ ਪਹਿਲਾਂ ਵੀ ਸਾਡੇ ਨਾਲ ਗੱਲਬਾਤ ਕੀਤੀ ਸੀਗੀ, ਹੁਣ ਕੀ ਰਿਜ਼ਲਟ ਨੇ ਉਹਦੇ ਲੋਕਾਂ ਤੱਕ, ਜਿੰਨਿਆਂ ਤੱਕ ਵੀ ਪਹੁੰਚੀ ਆ ਤੁਹਾਡੇ ਕੋਲ ਜਿਹੜੀ ਫੀਡਬੈਕ ਆਈ ਹੋਣੀ ਆ, ਉਹਦੀ ਕੀ ਫੀਡਬੈਕ ਹੈ? ਦੇਖੋ, ਇਹ ਦਵਾਈ ਹੁਣ ਤੱਕ ਹਜ਼ਾਰਾਂ ਹੀ ਕਿਸਾਨਾਂ ਤੱਕ ਪਹੁੰਚ ਚੁੱਕੀ ਹੈ ਜੀ, ਔਰ ਹਜ਼ਾਰਾਂ ਹੀ ਕਿਸਾਨਾਂ ਦੇ ਪਸ਼ੂ ਠੀਕ ਹੋਏ ਨੇ ਤੇ ਉਹਨਾਂ ਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੇ ਨੇ। ਤੇ ਸਾਨੂੰ ਮਲਾਲ ਇਹੋ ਹੀ ਹੈ ਕਿ ਅਗਰ ਇੱਕ ਏਡੀ ਵੱਡੀ ਖੋਜ ਪੰਜਾਬ ਦੀ ਧਰਤੀ ਤੇ ਹੋ ਜਾਂਦੀ ਹੈ, ਹਿੰਦੁਸਤਾਨ ਦੇ ਵਿੱਚ ਹੋ ਜਾਂਦੀ ਹੈ, ਇੱਕ ਬ੍ਰਾਡ ਸਪੈਕਟਰਮ ਐਂਟੀਵਾਇਰਲ ਦਵਾਈ ਦੀ ਖੋਜ ਹੋ ਜਾਂਦੀ ਹੈ, ਉਸ ਖੋਜ ਨੂੰ ਦੱਬਣ ਦੀ ਕੋਸ਼ਿਸ਼ ਹੋ ਰਹੀ ਹੈ, ਉਸ ਖੋਜ ਨੂੰ ਦਬਾਇਆ ਜਾ ਰਿਹਾ, ਔਰ ਇਹ ਕੀਤਾ ਜਾ ਰਿਹਾ ਸਰਕਾਰਾਂ ਦੇ ਵੱਲੋਂ, ਇਹ ਕੀਤਾ ਜਾ ਰਿਹਾ ਕੌਂਸਲਾਂ ਦੇ ਵੱਲੋਂ, ICMR, ICAR, ਔਰ ਇਹਨਾਂ ਦੇ ਉੱਪਰ ਜਿਹੜਾ ਇਹਨਾਂ ਦਾ ਇੰਟਰਨੈਸ਼ਨਲ ਬਾਪ ਬੈਠਾ WHO, ਉਹਦੇ ਕਰਕੇ ਕੀਤਾ ਜਾ ਰਿਹਾ, ਉਹਦੇ ਕਹਿਣ ਤੇ ਕੀਤਾ ਜਾ ਰਿਹਾ। ਪਰ ਉਹਨਾਂ ਨੂੰ ਕੀ ਦਿੱਕਤ ਹੈ? ਤੁਸੀਂ ਦਵਾਈ ਬਣਾਤੀ, ਉਹਨਾਂ ਨੇ, ਤੁਸੀਂ ਉਹਨਾਂ ਕੋਲ ਲੈ ਕੇ ਜਾਓਗੇ, ਉਹਨਾਂ ਨੇ ਟਰਾਇਲ ਕਰ ਲੈਣਾ ਹੈ, ਜੇ ਉਹ ਵਧੀਆ ਹੋਈ, ਠੀਕ ਹੋਈ, ਕਾਰਗਰ ਹੋਈ ਤਾਂ ਉਹ ਲਾਗੂ ਹੋ ਜਾਣੀ ਹੈ। ਇਹੋ ਹੀ ਤੇ ਪਿੰਚ ਪੁਆਇੰਟ ਹੈ। ਇਹ ਜਿਹੜੀ WHO ਹੈ, ਇਹ ਕਾਰਪੋਰੇਟ ਘਰਾਣਿਆਂ ਨੂੰ ਦੁਆਰਾ ਕੀਤੀਆਂ ਖੋਜਾਂ ਨੂੰ ਹੀ ਪ੍ਰਮੋਟ ਕਰਦੀ ਹੈ। ਅਸੀਂ ਸਿੱਧੇ ਸ਼ਬਦਾਂ 'ਚ ਕਹਿ ਸਕਦੇ ਹਾਂ ਕਿ ਇਹ ਕਾਰਪੋਰੇਟ ਘਰਾਣਿਆਂ ਦੀ ਦਲਾਲ ਸੰਸਥਾ ਹੈ। ਔਰ ਜਿਹੜੀ ICMR ਹੈ, ਔਰ ICMR ਦੇ ਪ੍ਰਭਾਵ 'ਚ ਹੁਣ ICAR, ਇਹ ਉਹਦੀਆਂ ਏਜੰਟ ਸੰਸਥਾਵਾਂ ਨੇ। ਇਹੋ ਹੀ ਸਰਕਾਰਾਂ ਨੂੰ ਕਹਿ ਕੇ ਨਵੇਂ-ਨਵੇਂ ਨਿਯਮ ਬਣਾਉਂਦੀਆਂ ਨੇ, ਕਾਨੂੰਨ ਬਣਾਉਂਦੀਆਂ ਨੇ। ਪਰ ਤੁਸੀਂ ਕਿਵੇਂ ਕਹਿ ਸਕਦੇ ਹੋ, ਐਡੀਆਂ ਵੱਡੀਆਂ ਜਿਹੜੀਆਂ ਦਵਾਈਆਂ ਬਣ ਰਹੀਆਂ ਨੇ, ਰੋਜ਼ ਖੋਜਾਂ ਹੋ ਰਹੀਆਂ ਨੇ, ਰੋਜ਼ ਮਾਨਤਾਵਾਂ ਮਿਲ ਰਹੀਆਂ ਨੇ, ਸਭ ਕੁਝ ਤਾਂ ਹੋ ਰਿਹਾ ਹੈ, ਜੇ ਤੁਹਾਡੀ ਦਵਾਈ ਨੂੰ ਕੋਈ ਮਾਨਤਾ ਨਹੀਂ ਮਿਲੀ ਤਾਂ ਤੁਸੀਂ ਵੱਡੀਆਂ ਆਰਗੇਨਾਈਜੇਸ਼ਨ ਤੇ ਸਵਾਲ ਚੁੱਕਦੇ ਨੇ। ਆਹ ਦੇਖੋ, ਮੈਂ ਡਾਕੂਮੈਂਟ ਲੈ ਕੇ ਆਇਆ। ਇਹ ਡਾਕੂਮੈਂਟ ਹੈਗਾ ਵਾ ਨੇਚਰ ਦਾ। ਸਾਡੇ ਸਾਇੰਸ ਦੇ ਵਿੱਚ ਨੇਚਰ ਤੋਂ ਬੜਾ ਰੁਤਬਾ ਕਿਸੇ ਕੋਲ ਨਹੀਂ ਹੈਗਾ। ਇਹ ਨੇਚਰ ਦਾ ਡਾਕੂਮੈਂਟ ਹੈ। ਆਰਟੀਕਲ ਲਿਖਿਆ ਹੋਇਆ ਹੈ ਐਸਰ ਮੁੱਲਰਡ ਨੇ, ਨਿਊ ਡਰੱਗਸ ਕਾਸਟ US 2.6 ਬਿਲੀਅਨ ਟੂ ਡਿਵੈਲਪ। ਇਹ ਦੂਜਾ ਹੈਗਾ ਪਾਲਿਸੀ ਐਂਡ ਮੈਡੀਸਨ। ਇਹ ਟਫਟ ਸੈਂਟਰ ਹੈ, ਇਹ ਇੰਟਰਨੈਸ਼ਨਲ ਸੈਂਟਰ ਆ ਦਵਾਈਆਂ ਦੀ ਖੋਜ ਉੱਤੇ। ਸਭ ਤੋਂ ਵੱਡੀ ਗੱਲ ਇਹਦੀ ਮੰਨੀ ਜਾਂਦੀ ਹੈ ਟਫਟ ਸੈਂਟਰ ਦੀ। ਇਹ ਕਹਿ ਰਹੇ ਆ ਜਦੋਂ ਕਿ 2.6 ਬਿਲੀਅਨ ਡਾਲਰ ਲੱਗਦੇ ਨੇ ਇੱਕ ਦਵਾਈ ਖੋਜ ਕਰਨ ਵਾਸਤੇ। ਹੁਣ ਮੈਂ ਜਿਹੜਾ ਸਵਾਲ ਇਹ ਕਰਨਾ ਚਾਹੁੰਦਾ, ਉਹ ਗੱਲ ਬੜੀ ਸਿੱਧੀ ਹੈ ਕਿ ਦਵਾਈ ਦੀ ਖੋਜ ਤਾਂ ਫ੍ਰੀ ਹੁੰਦੀ ਹੈ। ਦਵਾਈ ਦੀ ਖੋਜ ਤਾਂ ਉਦੋਂ ਹੁੰਦੀ ਹੈ ਜਦੋਂ ਕੁਦਰਤ, ਮਦਰ ਨੇਚਰ, ਮਾਂ ਕੁਦਰਤ, ਉਹ ਤੈਅ ਕਰਦੀ ਹੈ ਕਿ ਖੋਜ ਹੋਏਗੀ, ਉਹਦੇ ਤੇ ਕੋਈ ਪ੍ਰਾਈਸ ਟੈਗ ਨਹੀਂ ਪਰ ਲੋਕ ਜਾਂ ਆਮ ਧਾਰਨਾ ਇਹ ਹੈ ਕਿ ਵੱਡੇ ਵੱਡੇ ਰਿਸਰਚ ਸੈਂਟਰ ਹੁੰਦੇ ਨੇ, ਉੱਥੇ ਤੁਹਾਡੇ ਵਰਗੇ ਹੋਰ ਬਹੁਤ ਸਾਰੇ ਸਾਇੰਟਿਸਟ ਹੁੰਦੇ ਨੇ, ਉਹ ਲਗਾਤਾਰ ਖੋਜਾਂ ਕਰਦੇ ਨੇ ਕੈਮੀਕਲ ਪਾ ਕੇ ਜੋ ਲੈਬਸ ਦੇ ਵਿੱਚ ਹੁੰਦਾ ਏ। ਉਹ ਤੋਂ ਬਾਅਦ ਕਿਤੇ ਜਾ ਕੇ ਕੋਈ ਖੋਜ ਹੁੰਦੀ ਹੈ, ਫਿਰ ਕਦੇ ਚੂਹਿਆਂ ਤੇ, ਕਦੇ ਸੂਰਾਂ ਤੇ, ਕਦੇ ਕੁੱਤਿਆਂ ਤੇ, ਕਦੇ ਮੌਂਕੀਜ਼ ਤੇ ਉਹਨੂੰ ਲਾਗੂ ਕਰਕੇ ਦੇਖਿਆ ਜਾਂਦਾ। ਉਸ ਤੋਂ ਬਾਅਦ ਕਿਤੇ 3-3 ਸਾਲ ਬਾਅਦ ਇਨਸਾਨਾਂ ਤੱਕ ਕੋਈ ਚੀਜ਼ ਪਹੁੰਚਦੀ ਹੈ। ਇੱਥੇ ਹੀ ਤੇ ਸਾਰਾ ਬੇੜਾ ਗਰਕ ਹੋਇਆ। ਇਹ ਜਾਣ ਬੁੱਝ ਕੇ ਪ੍ਰੋਟੋਕਾਲ ਬਣਾਏ ਗਏ ਨੇ ਤਾਂ ਕਿ ਇਹ 2.6 ਬਿਲੀਅਨ ਡਾਲਰ ਯਾਨੀ 20,000 ਕਰੋੜ ਰੁਪਏ ਦਾ ਜੋ ਬੈਰੀਅਰ ਖੜਾ ਕੀਤਾ ਗਿਆ, ਇਹ ਬੈਰੀਅਰ ਇਸ ਕਰਕੇ ਖੜਾ ਕੀਤਾ ਗਿਆ ਕਿ ਕੋਈ ਵੀ ਸਾਇੰਟਿਸਟ ਖੋਜ ਕਰਕੇ ਉਸ ਖੋਜ ਨੂੰ ਮਾਰਕੀਟ ਤੱਕ ਨਾ ਲੈ ਕੇ ਆ ਸਕੇ। ਕਿਉਂਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਕੱਲਾ ਬੰਦਾ ਕੋਈ ਖੋਜ ਕਰ ਦੇਗਾ? ਇਕੱਲਿਆਂ ਬੰਦਿਆਂ ਨੇ ਹੀ ਖੋਜਾਂ ਕੀਤੀਆਂ। ਦੁਨੀਆ ਦੀ ਸਭ ਤੋਂ ਮਹਾਨ ਖੋਜ ਪੈਨਸਿਲਿਨ ਦੀ ਖੋਜ ਅਲੈਗਜ਼ੈਂਡਰ ਫਲੈਮਿੰਗ ਨੇ ਕੀਤੀ, ਇਨਸੂਲਿਨ ਦੀ ਖੋਜ ਜੌਨ ਫਰੈਡਰਿਕ ਬਾਂਟਿੰਗ ਨੇ ਕੀਤੀ, ਰੋਨਾਲਡ ਰੌਸ ਦੇ ਬਾਰੇ ਅਸੀਂ ਜਾਣਦੇ ਹਾਂ, ਇੱਕ ਮੈਡੀਕਲ ਅਫਸਰ ਸੀ ਇੰਡੀਅਨ ਆਰਮੀ 'ਚ। ਉਹ ਦਹਾਕਿਆਂ ਦੀਆਂ ਗੱਲਾਂ ਕਰਦੇ ਹੋ, ਤੁਸੀਂ ਅੱਜ ਦੀ ਗੱਲ ਦੱਸੋ।
ਉਹ ਦਹਾਕਿਆਂ ਦੀਆਂ ਗੱਲਾਂ ਇਸ ਕਰਕੇ ਮੈਂ ਕਰਨੀਆਂ ਚਾਹੁੰਦਾ ਸਦੀਆਂ ਪੁਰਾਣੀਆਂ ਗੱਲਾਂ ਦੱਸ ਰਹੇ ਹੋ ਤੁਸੀਂ। ਇੰਨੀਆਂ ਵੀ ਪੁਰਾਣੀਆਂ ਨਹੀਂ ਹੈਗੀਆਂ। ਇਹ ਸਾਇੰਸ ਦਾ ਜਿਹੜਾ ਸੁਨਹਿਰਾ ਦੌਰ ਸੀਗਾ, ਉਹਦੇ ਵਿੱਚ ਜਦੋਂ WHO ਬਣੀ, ਇੱਕ ਬਹੁਤ ਹੀ ਵਧੀਆ ਸੰਸਥਾ ਸੀ। ਹੌਲੀ ਹੌਲੀ ਕੀ ਹੋਇਆ ਕਿ ਇਹ ਕਾਰਪੋਰੇਟ ਘਰਾਣਿਆਂ ਰਾਹੀਂ ਹਾਈਜੈਕ ਹੋ ਗਈ। ਫਿਰ ਸਾਨੂੰ 1980 ਦੇ ਵਿੱਚ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਬਣਦੀ ਹੈ। ਹੋ ਸਕਦਾ ਇਹਨੇ ਕੁਝ ਸਾਲ ਕੰਮ ਵਧੀਆ ਕੀਤਾ ਹੋਏ, ਪਰ ਜਦੋਂ ਦੀ ਇਹ ਬਣੀ ਆ, ਇਸ ਸੰਸਥਾ ਨੇ ਰਿਸਰਚ ਦੇ ਮਾਮਲੇ 'ਚ ਗੰਦਗੀ ਫੈਲਾਈ। ਚਲੋ ਮੈਂ ਆ ਰਿਹਾ ਬਾਪੂ ਬਲਕੌਰ ਸਿੰਘ ਨੇ। ਇਤਿਹਾਸ ਕੀ ਦੱਸਦਾ, ਹਿਸਟਰੀ ਕੀ ਦੱਸਦੀ ਹੈ, ਪਾਸਟ ਕੀ ਦੱਸਦਾ ਹੈ? ਜਿਹੜੀਆਂ ਇਕੱਲੇ ਦੁਕੱਲੇ ਬੰਦਿਆਂ ਦੀਆਂ ਖੋਜਾਂ ਨੇ ਉਹ ਬਹੁਤ ਵੱਡੀਆਂ ਸੀਗੀਆਂ, ਪਰ ਅੱਜ ਦੇ ਸਮੇਂ ਦੇ ਵਿੱਚ ਉਸ ਤਰ੍ਹਾਂ ਦੀ ਖੋਜ ਜਿਹੜੀ ਹੈ ਕੋਈ ਇਕੱਲੇ ਇੰਡੀਵਿਜੂਅਲ ਬੰਦੇ ਦੀ, ਸਾਇੰਟਿਸਟ ਦੀ, ਉਹ ਸਾਹਮਣੇ ਕਿਉਂ ਨਹੀਂ ਆ ਰਹੀ? ਫਿਰ ਇਸੇ ਕਰਕੇ ਨੇ ਕਿ ਉਹਨੂੰ ਦਬਾਇਆ ਜਾ ਰਿਹਾ ਹੈ। ਖੋਜ ਬੰਦਾ ਹੀ ਕਰਦਾ ਹੈ ਜਿਹੜਾ ਸਹੀ ਅਰਥਾਂ 'ਚ ਖੋਜੀ ਹੈ। ਜੇ 20 ਬੰਦਿਆਂ ਦੀ ਭੀੜ ਲੈ ਲਈਏ ਇਕੱਠੀ, ਉਹ ਖੋਜ ਨਹੀਂ ਕਰ ਸਕਦੇ। ਉਹ ਲੈਬ ਦੇ ਵਿੱਚ ਟੈਸਟ ਤਾਂ ਕਰ ਸਕਦੇ ਆ। ਜਿਹੜੀ ਅੰਦਰੋਂ ਥੋੜਾ ਵਿਵੇਕ ਉੱਠਦਾ ਨਾ ਖੋਜ ਦਾ, ਆਈਡੀਆਜ਼, ਹਾਂ, ਉਹ ਕਹਿਰੇ ਬੰਦੇ 'ਚ ਹੀ ਉੱਠਦਾ, ਕਲਮ ਕਹਿਰੇ 'ਚ ਹੀ। ਇਸੇ ਕਰਕੇ ਜਿੰਨੀਆਂ ਦੁਨੀਆ ਦੀਆਂ ਵੱਡੀਆਂ ਖੋਜਾਂ ਹੋਈਆਂ, ਉਹ ਸੋਲਟਰੀ ਇਨਵੈਂਸ਼ਨ ਹੋਈਆਂ, ਔਰ ਉਹਨਾਂ ਦਾ ਉਹ 'ਤੇ ਖਰਚਾ ਪੈਸਾ ਨਹੀਂ ਆਇਆ। ਹਾਂ, ਇਹ ਬਹੁਤ ਵੱਡਾ ਸਵਾਲ ਹੈ। ਹੁਣ ਕਿੱਥੇ ਤਾਂ 20,000 ਕਰੋੜ ਰੁਪਇਆ, ਕਿੱਥੇ ਤੁਸੀਂ ਕਹਿੰਦੇ ਕੋਈ ਪੈਸਾ ਵੀ ਨਾ। ਇਹ ਵੇਖੋ ਨਾ, ਕੋਈ ਬੰਦਾ ਨਰੋਲ ਕਿਸਾਨੀ ਕਰਦਾ ਬੰਦਾ ਵੈਕਸੀਨੇਸ਼ਨ ਦੀ ਖੋਜ ਕਰ ਲੈਂਦਾ, ਕਮਾਲ ਨਹੀਂ। ਇੱਕ ਬੰਦਾ ਲੈਬੋਰਟਰੀ ਦੇ ਵਿੱਚ ਆਪਣਾ ਅਟੈਂਡੈਂਟ ਹੈ, ਉਹ ਖੋਜ ਕਰ ਲੈਂਦਾ। ਇੱਕ ਬੰਦਾ 20,000 ਕਰੋੜ ਦੇ ਉੱਤੇ ਖੋਜ ਕਰਦਾ ਹੈ, ਤੇ ਫਾਇਦਾ ਕਿਸੇ ਕੋਲੇ ਪਹੁੰਚਿਆ ਕੋਈ ਨਹੀਂ। ਦਾ ਮਤਲਬ ਕਿਤੇ ਨਾ ਕਿਤੇ ਵਪਾਰ ਆ ਗਿਆ। ਲੋਕਾਂ ਦਾ ਸੁਧਾਰ ਦੀ ਥਾਂ ਕਾਰਪੋਰੇਟ ਸੈਕਟਰ ਦਾ ਵਪਾਰ ਭਾਰੂ ਹੋ ਗਿਆ। ਮਨੁੱਖਤਾ ਦਾ ਜਦੋਂ ਵਪਾਰ ਹੋਣ ਲੱਗ ਜੇ ਨਾ, ਫਿਰ ਇਹ ਮਨੁੱਖ ਜਾਤੀ ਦੇ ਭਾਰ ਬਣ ਜਾਂਦਾ। ਇਹ ਫਿਰ ਜਿਉਣ ਜੋਗਾ ਸੰਸਾਰ ਨਹੀਂ ਰਹਿੰਦਾ। ਇਹਦਾ ਫਾਇਦਾ ਜਾਂ ਨੁਕਸਾਨ ਕਿਹਨੂੰ ਹੈ? ਜੇ ਇਕੱਲਾ ਤੋਂ ਇਕੱਲਾ ਬੰਦਾ ਖੋਜ ਕਰ ਨਹੀਂ ਸਕਦਾ, 20,000 ਕਰੋੜ ਉਹਦੇ ਕੋਲੇ ਹੈ ਨਹੀਂ, ਨੁਕਸਾਨ ਕਿਹਨੂੰ ਹੈ? ਮਨੁੱਖਤਾ ਨੂੰ, ਆਮ ਲੋਕਾਂ ਨੂੰ। ਕਿਉਂਕਿ ਇੱਕ ਬੰਦੇ ਨੇ ਬਿਨਾਂ ਖਰਚੇ ਤੋਂ ਤੁਹਾਨੂੰ ਦਵਾਈ ਦੇਤੀ, ਉਹ ਸਸਤੀ ਵੀ ਬਣਨੀ ਹੈ ਫਿਰ ਦਵਾਈ। ਔਰ ਜਿੰਨੀ ਬਿਨਾਂ ਖਰਚੇ ਤੋਂ ਦਵਾਈ ਪੈਦਾ ਕੀਤੀ, ਉਹ ਸਸਤੀ ਵੀ ਜਾਊ। ਤੇ ਦਵਾਈ ਜਿੱਡੀ ਮਹਿੰਗੀ ਪੈਦਾ ਕਰੋਗੇ ਤੇ ਉਹ ਗਾਹਾਂ ਫਿਰ ਮਹਿੰਗੀ ਵਿਕੂ, ਤੇ ਮਹਿੰਗੀ ਬਹੁਤ ਮੋਟੇ ਬਹੁਤ ਮੋਟਾ ਨਫਾ, ਤੇ ਮਨੁੱਖਤਾ ਮਰ ਜੂ। ਪਰ ਇਹ ਤਾਂ ਹੁਣ ਇਹਨਾਂ ਸੰਸਥਾਵਾਂ ਦਾ, ਯੂਨੀਵਰਸਿਟੀਜ਼ ਨੇ, ਰਿਸਰਚ ਇੰਸਟੀਚਿਊਟ ਨੇ, WHO ਦੀ ਤੁਸੀਂ ਗੱਲ ਕਰ ਰਹੇ ਹੋ, ICMR ਦੀ, ਹੋਰ ਬਹੁਤ ਸਾਰੀਆਂ ਸੰਸਥਾਵਾਂ ਦੀ ਗੱਲ ਕਰ ਰਹੇ ਹੋ। ਇਹ ਜਿਹੜੀਆਂ ਬਾਡੀਜ਼ ਨੇ, ਇਹ ਸਰਕਾਰਾਂ ਦੇ ਅੰਡਰ ਵੀ ਨੇ, ਜਾਂ ਸਰਕਾਰਾਂ ਨੂੰ ਦੇਖ ਕੇ ਜਾਂ ਸਰਕਾਰਾਂ ਦੇ ਸੁਜੈਸ਼ਨ ਤੇ ਬਣਾਈਆਂ ਜਾਂਦੀਆਂ ਨੇ, ਹੈ ਨਾ, ਜਾਂ ਬਹੁਤ ਦੇਸ਼ ਇਹਦੇ ਵਿੱਚ ਇਨਵੋਲਵ ਨੇ। ਫਿਰ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਮਨੁੱਖਤਾ ਦੀ ਭਲਾਈ ਹੋਣੀ ਚਾਹੀਦੀ? ਸਾਰਾ ਪਤਾ ਹੈ। ਤੁਹਾਡੀ ਗੱਲ 'ਚ ਦੋ ਨੁਕਤੇ ਆ। ਪਹਿਲੀ ਗੱਲ ਤੁਹਾਨੂੰ ਦੱਸਿਆ ਵੀ ਤੁਸੀਂ ਸਦੀਆਂ ਪੁਰਾਣੀਆਂ ਗੱਲਾਂ ਕਰ ਰਹੇ ਹੋ। ਮੈਂ ਕਹਿੰਦਾ ਕਿ ਜਦੋਂ ਸਦੀਆਂ ਪੁਰਾਣੀਆਂ ਮੈਂ ਗੱਲਾਂ ਕਰ ਰਿਹਾ, ਤੇ ਖੋਜਾਂ ਤਾਂ ਸਾਰੀਆਂ ਉਦੋਂ ਹੀ ਹੋਈਆਂ ਜਦੋਂ ਉਹ ਸਦੀਆਂ ਬੀਤ ਗਈਆਂ। 1900 ਦੇਖੋ, ਆਖਰੀ ਮਹਾਨ ਖੋਜ ਹੋਈ ਖੁਰਾਣਾ ਐਂਡ ਨਾਇਰਨਬਰਗ ਦੀ, RNA ਦਾ ਮੈਨੂਫੈਕਚਰ ਇਹਨਾਂ ਨੇ ਕੀਤਾ, ਸਿੰਥੇਸਿਸ। ਉਸ ਤੋਂ ਬਾਅਦ ਖੋਜਾਂ ਹੋਣੀਆਂ ਬੰਦ ਹੋ ਗਈਆਂ। ਹੁਣ ਕੀ ਹੋਇਆ ਕਿ ਮੈਂ ਚਾਹੁੰਦਾ ਹਾਂ ਕਿ ਸਾਇੰਸ ਨੂੰ ਉਹਦਾ ਉਹ ਸੁਨਹਿਰਾ ਦੌਰ ਵਾਪਸ ਮਿਲੇ। ਦੂਜੀ ਗੱਲ ਤੁਹਾਨੂੰ ਕੀਤੀ ਸੰਸਥਾਵਾਂ ਦੀ। ਸੰਸਥਾਵਾਂ ਦਾ ਤੇ ਹੋ ਗਿਆ ਬੇੜਾ ਗਰਕ। ਇਹ ਜਿਹੜੀਆਂ ਯੂਨੀਵਰਸਿਟੀਆਂ ਤੁਹਾਨੂੰ ਦਿਖਦੀਆਂ ਨੇ ਨਾ, ਰਿਸਰਚ ਯੂਨੀਵਰਸਿਟੀਆਂ, ਰਿਸਰਚ ਇੰਸਟੀਚਿਊਟ, ਇਹ ਮਨਸੈਂਟੋ, ਬਾਇਰ, ਕਾਰਗਿਲ ਦੀ ਕੁਤੀੜ ਬਣ ਕੇ ਰਹਿ ਗਈਆਂ। ਇਹ ਉਹਨਾਂ ਦੀਆਂ ਪਿਛਲੱਗੂ ਬਣ ਕੇ ਰਹਿ ਗਈਆਂ। ਮੈਂ ਚਾਹੁੰਦਾ ਹਾਂ ਕਿ ਇਹਨਾਂ ਨੂੰ ਇਹਨਾਂ ਦਾ ਰੁਤਬਾ ਵਾਪਸ ਮਿਲੇ, ਇਹ ਫਿਰ ਤੋਂ ਯੂਨੀਵਰਸਿਟੀਆਂ ਬਣ ਜਾਣ, ਫਿਰ ਤੋਂ ਰਿਸਰਚ ਇੰਸਟੀਚਿਊਟ। ਅੱਜ ਤੁਸੀਂ ਹੋ, ਜਾਂ ਮੰਨ ਲਓ ਮੈਂ ਕਹਾਂ ਕਿ ਮੇਰੇ ਕੋਲ ਇੱਕ ਖੋਜ ਹੈ, ਉਹਦਾ ਤਰੀਕਾ ਕੀ ਹੈ ਵੀ ਉਹ ਟਰਾਇਲ ਲਈ ਜਾਵੇ, ਉਹ ਯੂਨੀਵਰਸਿਟੀ ਕੋਲ ਜਾਵੇ, ਰਿਸਰਚ ਸੈਂਟਰ ਕੋਲ ਜਾਵੇ, ਉਹਦਾ ਇੱਕ ਕੋਈ ਪੈਰਾਮੀਟਰ, ਕੋਈ ਕ੍ਰਾਈਟੇਰੀਆ, ਕੋਈ ਢੰਗ ਹੁੰਦਾ ਹਰ ਚੀਜ਼? ਮੈਂ ਅੱਧੇ ਮਿੰਟ ਦੀ ਕਹਾਣੀ ਸੁਣਾਵਾਂਗਾ। ਜਦੋਂ ਪੈਨਸਿਲਿਨ ਦੀ ਖੋਜ ਹੋਈ, ਦੇਖੋ ਲੈਬਾਰਟਰੀ ਦੇ ਵਿੱਚ ਉਹਦਾ ਸੈਂਪਲ ਖਰਾਬ ਹੋ ਗਿਆ। ਉਹ ਬੰਦਾ ਚਲਾ ਗਿਆ ਆਪਣੇ ਬੌਸ ਦੇ ਮੁੰਡੇ ਦੇ ਜਨਮ ਦਿਨ ਤੇ। ਉੱਥੇ ਜਾ ਕੇ ਬੈਠੇ ਨੂੰ ਖਿਆਲ ਆਇਆ ਕਿ ਉਹ ਤੇ ਸਟੈਫਾਈਲੋਕਾਕਸ ਦਾ ਕਲਚਰ ਲੱਗੀ ਹੋਈ ਸੀ। ਉਹਨੇ ਸੋਚਿਆ ਕਿ ਯਾਰ ਜੇ ਸਟੈਫਾਈਲੋਕਾਕਸ ਦੀ ਕਲਚਰ ਖਰਾਬ ਹੋਈ ਆ, ਤੇ ਹੋਏ ਨਾ ਹੋਏ ਜਿਹੜੀ ਚੀਜ਼ ਬਣੀ ਆ ਉਹਦੇ ਨਾਲ ਉਹਦਾ ਇਲਾਜ ਹੋਏ ਉਹ ਬਿਮਾਰੀ ਦਾ। ਉਹ ਦੌੜਾ ਚਲਾ ਆ ਕੇ ਉਹਨੇ ਚਲੋ ਉਹਨੂੰ ਸਾਂਭ ਲਿਆ। ਪੈਨਸਿਲਿਨ ਦੀ ਖੋਜ ਹੋਈ। ਅੱਜ ਵੀ ਅਸੀਂ ਸਾਰੇ ਅਲੈਗਜ਼ੈਂਡਰ ਫਲੈਮਿੰਗ ਨੂੰ ਦਵਾ ਵਿਗਿਆਨਕ ਆਪਣਾ ਗੁਰੂ ਮੰਨਦੇ ਹਾਂ। ਖੋਜਾਂ ਇੱਦਾਂ ਹੁੰਦੀਆਂ ਨੇ। ਦੂਜੀ ਗੱਲ ਇਹ ਹੁੰਦੀ ਹੈ ਕਿ ਜਦੋਂ ਖੋਜਾਂ ਹੋ ਜਾਂਦੀਆਂ, ਕੋਈ ਵੀ ਸਾਇੰਟਿਸਟ ਜਦੋਂ ਖੋਜ ਕਰਦਾ, ਉਹ ਸਭ ਤੋਂ ਪਹਿਲਾਂ ਟਰਾਇਲ ਆਪਣੇ ਤੇ ਕਰਦਾ, ਫਿਰ ਆਪਣੀ ਘਰ ਵਾਲੀ ਤੇ ਕਰਦਾ, ਫਿਰ ਆਪਣੇ ਬੱਚਿਆਂ ਤੇ ਕਰਦਾ, ਫਿਰ ਆਪਣੇ ਮਾਂ-ਬਾਪ ਤੇ, ਰਿਸ਼ਤੇਦਾਰਾਂ ਤੇ, ਭੈਣ ਭਰਾਵਾਂ ਤੇ ਕਰਦਾ। ਫਿਰ ਜੋ ਉਹਦਾ ਸਰਕਲ ਹੁੰਦਾ, 250-300 ਟਰਾਇਲ ਤੇ ਹੀ ਹੋ ਜਾਂਦੇ ਆ। ਇਹ ਕਹਿੰਦੇ ਆ ਨਹੀਂ ਇੱਦਾਂ ਨਹੀਂ ਕਰਨੇ, ਤੁਸੀਂ ਉਹਦੀ ਲੱਤ ਫੜ ਲਓ, ਉਹਦੀ ਬਾਂਹ ਫੜ ਲਓ, ਉਹਦੀ ਪੂਛ ਫੜ ਲਓ। ਤੁਸੀਂ ਤੁਹਾਡੇ ਸਾਹਮਣੇ ਕੋਈ 50-60 ਹਜ਼ਾਰ ਕਰੋੜ ਦੇ 20,000 ਕਰੋੜ ਦਾ ਖਰਚਾ ਤੁਹਾਡੇ ਸਾਹਮਣੇ ਖੜਾ ਕਰ ਦਿੰਦੇ ਆ। ਉਹ ਖਰਚਾ ਤਾਂ ਕਰਕੇ ਕੀਤਾ ਗਿਆ। ਇਹ ਪ੍ਰੋਟੋਕਾਲ ਦੇਖੋ, ਇਹ ਟਫਟ ਸੈਂਟਰ ਤੋਂ ਬੜਾ ਤਾਂ ਕੋਈ ਨਹੀਂ ਆ ਨਾ। ਟਫਟ ਸੈਂਟਰ ਦਾ ਉਹ ਡਾਕੂਮੈਂਟ ਆ ਜਿਹੜਾ ਹੈਗਾ ਨੇਚਰ ਮੈਗਜ਼ੀਨ, ਦੁਨੀਆ ਦਾ ਸਭ ਤੋਂ ਬੜਾ ਮੈਗਜ਼ੀਨ, ਆ ਉਹਦਾ ਆਰਟੀਕਲ। ਅੱਛਾ ਚਲੋ ਹੁਣ ਵਾਲੀ ਗੱਲ ਤੇ ਆਈਏ। ਤੁਸੀਂ ਕਹਿੰਦੇ ਹੋ ਮੈਂ ਲੰਪੀ ਸਕਿਨ ਦੀ ਦਵਾਈ ਜਿਹੜੀ ਆ ਕਾਰਗਰ ਹੈ,
ਇਹ ਹੁਣ ਫਿਰ ਲੋਕਾਂ ਤੱਕ ਉਸ ਢੰਗ ਨਾਲ ਤੁਸੀਂ ਕਹਿਣਾ ਸੀ ਨਾ ਸਰਕਾਰ ਨੂੰ, ਸੀਐਮ ਸਾਹਿਬ ਨੂੰ ਕੋਈ ਚਿੱਠੀ ਲਿਖ ਦੇਣੀ ਸੀ, ਡਿਪਾਰਟਮੈਂਟ ਨੂੰ ਕੋਈ ਚਿੱਠੀ ਲਿਖ ਦੇਣੀ ਸੀ, ਮਿਨਿਸਟਰ ਸਾਹਿਬ ਆਪਣੇ ਪੰਜਾਬ ਦੇ ਲਾਲਜੀਤ ਸਿੰਘ ਭੁੱਲਰ ਨੇ, ਮੈਨੂੰ ਲੱਗਦਾ ਪਸ਼ੂ ਪਾਲਣ ਮੰਤਰੀ, ਉਹਨਾਂ ਤੱਕ ਪਹੁੰਚ ਕਰ ਲੈਣੀ ਸੀ। ਕਿੱਡੀ ਕੁ ਵੱਡੀ ਗੱਲ ਹੈ। ਲਾਲਜੀਤ ਸਿੰਘ ਭੁੱਲਰ ਜੀ ਆ ਦੇਖ ਲਓ ਚਿੱਠੀਆਂ, ਇਹ 2/7/2022 ਨੂੰ ਲਿਖੀ ਹੋਈ ਆ। ਆ ਲਿਖੀ ਹੋਈ ਆ 8 ਕਿਹਨੂੰ ਲਿਖੀਆਂ 8/2022 ਨੂੰ ਭਗਵੰਤ ਮਾਨ ਜੀ ਨੂੰ ਲਿਖੀਆਂ ਹੋਈਆਂ ਚਿੱਠੀਆਂ। ਆ ਤੀਜੀ ਚਿੱਠੀ ਲਿਖੀ ਆ ਰਿਮਾਈਂਡਰ, ਪਹਿਲੀ ਉਹਨਾਂ 'ਚ ਇੱਕ ਰਿਮਾਈਂਡਰ ਸੀ, ਆ ਦੂਜਾ ਰਿਮਾਈਂਡਰ ਹੈ, ਇਹ ਲਿਖਿਆ ਗਿਆ 23/8 ਨੂੰ। ਜਵਾਬ ਆਇਆ? ਕੋਈ ਜਵਾਬ ਨਹੀਂ ਆਇਆ ਇਹਨਾਂ 'ਚੋਂ ਕਿਸੇ ਚਿੱਠੀ ਦਾ। ਭੁੱਲਰ ਸਾਹਿਬ ਜੀ ਮੇਰੀ ਗੱਲ ਸੁਣ ਲਓ, ਲੋਕੀ ਭੁੱਲ ਜਾਂਦੇ ਹੁੰਦੇ ਆ ਮੁੜ ਕੇ ਸਾਰਾ ਕੁਝ, ਕਿਤੇ ਤੁਹਾਨੂੰ ਵੀ ਨਾ ਭੁੱਲ ਜਾਣ। ਲੰਪੀ ਦੀ ਬਿਮਾਰੀ ਫੈਲੀ ਹੋਈ ਆ, ਸੈਂਟਰ ਗਵਰਨਮੈਂਟ ਨੇ ਠੇਕਾ ਲਿਆ ਹੋਇਆ ਕਾਰਪੋਰੇਟ ਘਰਾਣਿਆਂ ਦਾ, ਉਹਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨੇ ਆ। ਔਰ ਸਿੱਧੀ ਜੀ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਕਿ ਜੇ ਤੁਸੀਂ ਜਿਹੜਾ ਸਿਸਟਮ ਟੋ ਕਰ ਰਹੇ ਹੋ, ਤੁਸੀਂ ਹੋ ਸਕਦਾ ਇਮਾਨਦਾਰ ਹੋ, ਤੁਸੀਂ ਹੋ ਸਕਦਾ ਬੜੇ ਇਮਾਨਦਾਰ ਹੋ, ਤੁਸੀਂ ਕਦੀ ਰਿਸ਼ਵਤ ਨਾ ਖਾਧੀ ਹੋਏ, ਪਰ ਤੁਸੀਂ ਜਿਹੜਾ ਸਿਸਟਮ ਟੋ ਕਰ ਰਹੇ ਹੋ WHO ਦਾ, ICMR ਦਾ, ਇਹ ਸਿਸਟਮ ਦਲਾਲ ਸਿਸਟਮ ਆ। ਪਰ ਡਾਕਟਰ ਸਾਹਿਬ ਜਿਹੜੇ ਸਾਡੇ ਸੀਐਮ ਸਾਹਿਬ ਨੇ ਜਾਂ ਜਿਹੜੇ ਸਾਡੇ ਮਿਨਿਸਟਰ ਸਾਹਿਬ ਨੇ, ਉਹਨਾਂ ਦੇ ਹੱਥ ਦੇ ਵਿੱਚ ਕਿੰਨਾ ਕੁ ਹੈ ਜੇ ਮੰਨ ਲਓ ਪੰਜਾਬ ਲੈਵਲ ਦੀ ਗੱਲ ਕਰੀਏ? ਇੱਕ ਮੇਰੇ ਕੋਲ ਇੱਥੇ ਗਜਟ ਪਿਆ, ਹੁਣ ਮੇਰੇ ਕਾਗਜ਼ਾਂ 'ਚ ਪਿਆ, ਮੈਂ ਨਾਲ ਹੀ ਜਾ ਕੇ ਚੱਲਦਾ। ਗਜਟ ਦੇ ਵਿੱਚ ਕਾਨੂੰਨ ਬਣਿਆ ਨਿਊ ਡਰੱਗ ਐਂਡ ਕਲੀਨਿਕਲ ਟ੍ਰਾਇਲ ਰੂਲ। ਉਹਦੇ ਵਿੱਚ ਨਾ ਕੁਝ ਧਾਰਾਂ ਇਹੋ ਜਿਹੀਆਂ ਹੈਗੀਆਂ ਨੇ ਕਿ ਅਗਰ ਸਟੇਟ ਗਵਰਨਮੈਂਟ ਚਾਹੇ ਤਾਂ ਕਿਸੇ ਸਾਇੰਟਿਸਟ ਦੀ ਦਵਾ ਨੂੰ ਅੱਗੇ ਵਧਾ ਸਕਦੀ ਆ। ਮੈਂ ਕਹਿੰਦਾ ਕਿਸੇ ਨੇ ਮੋਦੀ ਸਾਹਿਬ ਦੇ ਦਿਮਾਗ 'ਚ ਉਹ ਗੱਲਾਂ ਪਹੁੰਚ ਗਈਆਂ ਤੇ ਉਹ ਧਾਰਾ ਉੱਡ ਜਾਣੀਆਂ ਨੇ। ਉਹ ਧਾਰਾ ਮੋਦੀ ਜੀ ਉਡਾ ਦੇਣ। ਉਸ ਤੋਂ ਪਹਿਲੇ ਤੁਸੀਂ ਇਹ ਜਿਹੜੀ ਖੋਜ ਹੋਈ ਹੈ ਲੰਪੀ ਸਕਿਨ ਵਾਲੀ, ਐਂਟੀ ਬ੍ਰਾਡ ਸਪੈਕਟਰਮ ਐਂਟੀਵਾਇਰਲ, ਇਹ ਤੈਨੂੰ ਸਾਂਭ ਲਓ, ਇਹ ਸਾਂਭ ਲਓ। ਇਹ ਗੜਵਾਸੂ ਕਦ ਲਈ ਬਣਾਈਆਂ ਤੁਸੀਂ? ਇਹ ਉਹਦੀ ਜਲੰਧਰ ਵਾਲੀ ਲੈਬ ਆ ਵਾਇਰਸ ਵਾਲੀ, ਉਹ ਫੂਕਣੀ ਹੈ। ਔਰ ਤੁਹਾਡਾ ਐਡਾ ਬੜਾ ਡਿਪਾਰਟਮੈਂਟ ਹੈ, ਡਿਪਾਰਟਮੈਂਟ ਆਫ ਤੁਸੀਂ ਉਹਨਾਂ ਤੱਕ ਨਹੀਂ ਗਏ? ਤੁਸੀਂ ਉਹਨਾਂ ਤੱਕ ਵੀ ਮੈਂ ਆ ਦਵਾਈ ਆ ਟ੍ਰਾਇਲ ਕਰ ਲਓ ਇਹਦੇ ਤੇ? ਮਹਾਰਾਜ ਆ ਦੇਖੋ, ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦਾ ਡਾਕੂਮੈਂਟ ਆ ਮੇਰੇ ਕੋਲ, ਆ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦਾ ਡਾਕੂਮੈਂਟ ਆ ਮੇਰੇ ਕੋਲ। ਇਹਦੇ ਉੱਤੇ ਇੱਕ ਨੰਬਰ ਲੱਗਾ ਹੋਇਆ, ਇਹ ਨੰਬਰ ਦੀ ਇਨਕੁਆਇਰੀ ਕਰ ਦਿਓ, ਇਹ ਨੰਗੇ ਹੋ ਜਾਣਗੇ। ਇਹ ਜਿੱਦਾਂ ਜਲੀਲ ਕਰਦੇ ਆ ਨਾ ਸਾਇੰਟਿਸਟਾਂ ਨੂੰ, ਇਹ ਨੰਗੇ ਹੋ ਜਾਣਗੇ। ਉਹਨਾਂ ਨੂੰ ਕੀ ਲੱਗਦਾ ਹੈ ਵੀ ਸ਼ਾਇਦ BS ਔਲਖ ਨੂੰ ਕੋਈ ਫਾਇਦਾ ਹੋਣਾ ਇਹਦੇ ਨਾਲ? ਇਹ ਲੱਗਦਾ ਉਹਨਾਂ ਨੂੰ? ਨਾ, BS ਔਲਖ ਨੂੰ ਫਾਇਦਾ ਨਹੀਂ ਹੋਣਾ, ਇਹਨਾਂ ਨੂੰ ਹੁੰਦਾ ਵੀ ਕਾਰਪੋਰੇਟ ਘਰਾਣਿਆਂ ਦਾ ਨੁਕਸਾਨ ਹੋ ਜਾਣਾ। ਵੀ ਜੇ ਖੋਜ ਤੁਹਾਡੀ ਲਾਗੂ ਹੋ ਗਈ। ਇਹ ਲਾਗੂ ਦੇਖੋ, ਮੈਂ ਕੀ ਲੈ ਕੇ ਆਇਆ, ਦੇਖੋ ਜਦੋਂ ਕਰੋਨਾ ਆਇਆ ਸੀ ਅਸੀਂ ਕਿਹਾ ਜੀ ਅਸੀਂ 300-400 ਰੁਪਏ ਦੇ ਵਿੱਚ ਕਰੋਨਾ ਦੀ ਦਵਾਈ ਲੈ ਕੇ ਆ ਗਏ। ਹੁਣ ਦੇਖੋ 300-400 ਰੁਪਏ ਤੇ ਕਰੋਨਾ ਦਾ ਟੈਸਟ ਨਹੀਂ ਹੁੰਦਾ, ਨਹੀਂ ਹੁੰਦਾ ਨਾ। ਹੁਣ ਦੂਜੇ ਪਾਸੇ ਦੇਖੋ, ਇੱਕ 25-30 ਲੱਖ ਦੇ ਲੋਕਾਂ ਦੇ ਬਿੱਲ ਬਣੇ, ਬੰਦੇ ਮਾਰ ਕੇ ਚਾਦਰਾਂ 'ਚ ਬੰਨ ਕੇ ਇਹਨਾਂ ਲੋਕਾਂ ਨੂੰ ਦੇਤੇ, ਨਾਲੇ ਬਿੱਲ ਵੀ ਲੈ ਲਏ, ਨਾਲੇ ਬਿੱਲ ਵੀ ਲੈ ਲਏ ਹੈ। GDP ਕਿੰਨੀ ਉੱਪਰ ਗਈ, ਨਾਲੇ ਬੰਦੇ ਮਾਰਤੇ। ਜੇ ਮੇਰੇ ਵਰਗਾ ਸਾਇੰਟਿਸਟ ਆਉਂਦਾ 300-400 ਰੁਪਏ 'ਚ ਇਲਾਜ ਲੈ ਕੇ ਆ ਜਾਂਦਾ। ਉਹ ਕਹਿੰਦਾ ਤੁਸੀਂ ਕਹਿਣਾ ਵੀ ਨਹੀਂ ਵੀ ਸਾਡੇ ਕੋਲ ਕਰੋਨਾ ਦਾ ਇਲਾਜ ਹੈ, ਕਹਿਣਾ ਵੀ ਨਹੀਂ। ਜੇ ਤੁਸੀਂ ਕਹਿ ਦਿੱਤਾ ਵੀ ਆਹ ਦਵਾਈ ਦਾ ਇਲਾਜ ਹੈ, ਤੁਹਾਡੇ ਤੇ ਪਰਚਾ ਹੋਣਾ ਹੈ। ਪਰਚਾ ਹੋਣਾ, ਮੈਂ ਕਹਿੰਦਾ ਮੇਰੇ ਤੇ ਕਰੋ ਪਰਚਾ। ਮੈਂ ਚੈਲੰਜ ਕਰਨਾ ਸਿਸਟਮ ਨੂੰ, ਮੈਂ ਚੈਲੰਜ ਕਰਨਾ ਇੱਕ ਕਤੀੜ ਆ ਜਿਹੜੀ ਮਨਸੈਂਟੋ ਦੀ, ਜਿਹਨਾਂ ਨੂੰ ਯੂਨੀਵਰਸਿਟੀਆਂ ਕਹਿੰਦੇ ਹੋ ਤੁਸੀਂ, ਜਿਹਨਾਂ ਨੂੰ ਤੁਸੀਂ ਰਿਸਰਚ ਹਿਸਟਰੀ ਕਹਿੰਦੇ ਹੋ, ਇਹ ਮਨਸੈਂਟੋ ਦੀ ਕਤੀੜ ਮੇਰਾ ਚੈਲੰਜ ਲੈ ਲੇ, ਇਹ ਸਰਕਾਰ ਮੇਰਾ ਚੈਲੰਜ ਲੈ ਲੇ, ਸੈਂਟਰ ਗਵਰਨਮੈਂਟ ਚੈਲੰਜ ਲੈ ਲੇ, ਇਹ ICMR ਮੇਰਾ ਚੈਲੰਜ ਲੈ ਲੇ, ICAR ਮੇਰਾ ਚੈਲੰਜ, ਇਹਦਾ ਬਾਪੂ ਬੈਠਾ ਉੱਤੇ WHO ਮੇਰਾ ਚੈਲੰਜ ਲੈ ਲੇ। ਜਿਹੜੀਆਂ ਸੰਸਥਾਵਾਂ ਨੂੰ, ਜਿਹੜੀਆਂ ਸਰਕਾਰਾਂ ਨੂੰ ਤੁਸੀਂ ਚੈਲੰਜ ਕਰ ਰਹੇ ਹੋ ਯਾਰ, ਮੈਂ ਪੰਜਾਬੀ ਆ। ਕੀ ਆ ਤੁਹਾਡੇ ਕੋਲੇ? ਮੈਂ ਦੱਸਦਾ ਤੁਹਾਨੂੰ ਮੇਰੇ ਕੋਲ ਕੀ ਆ। ਆਹ ਦੇਖੋ ਮੇਰੇ ਕੋਲ ਜਿਹੜੀ ਖੋਜ ਹੈ, ਆਹ ਦੇਖੋ ਚਿੱਠੀਆਂ ਮੈਂ ਲਿਖੀਆਂ ਹੋਈਆਂ, ਤੁਸੀਂ ਇਹਦੀ ਇਨਕੁਆਇਰੀ ਕਰਾ ਲਓ। ਦੇਖੋ ਬੜੀ ਗੱਲ ਹੈ ਨਾ, ਮੈਂ ਤੇ ਛੋਟਾ ਆਦਮੀ ਆ, ਮੇਰੇ ਘਰ ਦੇ ਹੋ ਸਕਦਾ। ਅੱਛਾ, ਜੇ ਤੁਹਾਡੀ ਖੋਜ ਗਲਤ ਹੋਈ ਤੁਹਾਡੇ ਤੇ ਕਾਰਵਾਈ ਹੋ ਜਾਣੀ ਹੈ ਫਿਰ? ਹੋ ਜਾਣ ਦਿਓ, ਮੈਂ ਕਹਿੰਦਾ ਮੇਰੇ ਤੇ ਕਰੋ ਕਾਰਵਾਈਆਂ। ਮੇਰੇ ਤੇ ਦੇਖੋ, ਪੰਜਾਬੀ ਆ ਮੈਂ, ਪੰਜਾਬੀ 'ਚ ਇੱਕ ਕਹਾਵਤ ਹੁੰਦੀ ਆ, ਮੇਰੀ ਤੇ ਮੁੱਛਾਂ ਦਾੜੀ ਹੈ ਨਹੀਂ, ਇੱਕ ਹੁੰਦਾ ਕਿ ਅਸੀਂ ਐਂ ਕਰਕੇ ਚੈਲੰਜ ਲੈਂਦੇ ਆ। ਆਹ ਦੇਖੋ ਮੇਰਾ ਚੈਲੰਜ, ਆਹ ਮੇਰਾ ਚੈਲੰਜ ਚੱਕੋ। ਜੇ ਗਲਤ ਹੋਈ, ਜੇ ਗਲਤ ਹੋਇਆ, ਜੋ ਕਰਨਾ ਕਰ ਲਓ, ਮੈਨੂੰ ਸਾਰੀ ਉਮਰ ਜੇਲ੍ਹ 'ਚ ਜਾਣਾ ਮਨਜ਼ੂਰ ਹੈ। ਇਹ ਦਵਾਈ ਦੀ ਖੋਜ ਹੋਈ ਆ, ਬ੍ਰਾਡ ਸਪੈਕਟਰਮ ਐਂਟੀਵਾਇਰਲ ਦਵਾਈ ਦੀ, ਔਰ ਮੈਨੂੰ ਇਹ ਕਹਿੰਦਿਆਂ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਪੈਨਸਿਲਿਨ ਦੀ ਖੋਜ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਡੀ ਮੈਡੀਕਲ ਸਾਇੰਸ ਦੀ ਖੋਜ ਮੈਂ ਕੀਤੀ ਹੈ। ਔਰ ਮੈਨੂੰ ਮੇਰਾ ਚੈਲੰਜ ਤਾਂ ਚੱਕੋ ਯਾਰ, ਇੱਥੇ ਯੂਨੀਵਰਸਿਟੀ ਪਈ ਹੈ, ਇਹੋ ਹੀ ਚੱਕ ਲੈ, ਟ੍ਰਾਇਲ ਕਰਕੇ ਦੇਖ ਲੈਣ, ਇਹੋ ਹੀ ਚੱਕ ਲੈ। ਇੱਥੇ ਜਲੰਧਰ ਵਾਲੀ ਲੈਬ ਹੈ ਵਾਇਰਸ ਵਾਲੀ, ਫੂਕਣੀ ਆ, ਅੱਗ ਲਾ ਕੇ ਫੂਕਣੀ ਆ, ਉਹ ਚੱਕ ਲੈ। ਸਰਕਾਰ ਨੇ ਐਡਾ ਵੱਡਾ ਡਿਪਾਰਟਮੈਂਟ ਆ, ਉਹ ਚੱਕ ਲੈ। ਮੇਰਾ ਕੋਈ ਚੈਲੰਜ ਤਾਂ ਚੱਕੋ ਯਾਰ। ਮੈਂ ਕਹਿੰਦਾ ਤੁਸੀਂ ਇਹ ਦੂਜੀ ਗੱਲ, ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ, ਭਗਵੰਤ ਮਾਨ ਜੀ ਮੇਰੀ ਗੱਲ ਗੌਰ ਨਾਲ ਸੁਣਿਓ। ਜਦੋਂ ਸਿਸਟਮ ਸਾਇੰਸ ਨਾਲ ਟਕਰਾਉਂਦਾ ਹੁੰਦਾ ਨਾ, ਤੇ ਹਮੇਸ਼ਾ ਸਿਸਟਮ ਹਾਰਦਾ ਹੁੰਦਾ, ਸਾਇੰਸ ਕਦੀ ਨਹੀਂ ਹਾਰੀ। ਬਾਪੂ ਜੀ ਨੂੰ ਪੁੱਛੋ ਜਰਾ ਡਿਟੇਲ 'ਚ ਦੱਸਣ। ਜਿਹੜਾ ਸਮੇਂ-ਸਮੇਂ ਤੇ ਖੋਜਾਂ ਹੋਈਆਂ, ਪਹਿਲਾਂ ਬਹੁਤ ਵਾਰ ਕਿਹਾ ਜੀ ਕਿ ਧਰਤੀ ਨਹੀਂ ਘੁੰਮਦੀ, ਸੂਰਜ ਘੁੰਮਦਾ ਹੈ, ਬਹੁਤ ਸਾਰੀਆਂ ਜਿਹੜੀਆਂ ਇਸ ਗੱਲ ਤੇ ਸਜ਼ਾਵਾਂ ਵੀ ਹੋ ਗਈਆਂ, ਤੇ ਬਾਅਦ ਚੋਂ ਸਚਾਈ ਪਤਾ ਲੱਗੀ ਕਿ ਨਹੀਂ ਜੀ, ਕਿ ਧਰਤੀ ਹੀ ਘੁੰਮਦੀ ਆ, ਸੂਰਜ ਤਾਂ ਖੜਾ ਹੈ। ਇਹ ਬਕਾਇਦਾ ਪਿਛਲੇ 3600 ਵਰੇ ਤੋਂ 3600 ਵਰੇ ਤੋਂ ਇਹ ਔਨ ਰਿਕਾਰਡ ਹੈ। ਯਹੂਦੀਆਂ ਦੀ ਬਾਈਬਲ ਹੈ, ਉਹਨੂੰ ਓਲਡ ਟੈਸਟਾਮੈਂਟ ਕਹਿੰਦੇ ਆ। ਈਸਾਈਆਂ ਦੀ ਬਾਈਬਲ ਹੈ, ਉਹਨੂੰ ਨਿਊ ਟੈਸਟਾਮੈਂਟ ਕਹਿੰਦੇ ਆ। ਔਰ ਉਸ ਤੋਂ ਬਾਅਦ ਆਪਣਾ ਕੁਰਾਨ ਆ ਜਾਂਦਾ। ਜੀ ਜੀ ਜੀ, ਇਹ ਸੈਮਟਿਕ ਰਿਲੀਜਨ ਪਾਈਦੇ ਨੇ। ਅਰਬਾਂ ਦਾ ਇਹ ਧਰਮ ਸੀਗੇ, ਉੱਥੇ ਪੈਦਾ ਹੋਏ ਸੀ, ਤੇ ਉਹਨਾਂ ਦਾ ਇੱਕ ਆਪਣਾ ਪਿਛੋਕੜ ਹੈ, ਉਹਨਾਂ ਦਾ ਮਿਥਿਹਾਸ, ਉਹਨਾਂ ਦਾ ਇਤਿਹਾਸ ਤਿੰਨਾਂ ਦਾ ਸੇਮ ਹੈ।
ਉਦੋਂ ਉਸ ਵਕਤ ਕੀ ਜੋ ਲਿਖਿਆ ਸੀ ਉਹਦੇ ਵਿੱਚ? ਉਹਦੇ ਵਿੱਚ ਲਿਖਿਆ ਵੀ ਜਿਹੜਾ ਸੂਰਜ ਹੈ ਨਾ ਹੂੰ ਇਹ ਘੁੰਮਦਾ ਤੇ ਧਰਤੀ ਖੜੀ ਹੈ। ਹੂੰ ਫਿਰ ਕਿਹਨੇ ਕਿਹਾ ਵੀ ਨਹੀਂ ਇਦਾਂ ਨਹੀਂ ਸੀਗਾ? ਫਿਰ ਜਿਹੜੇ ਬਰੂਨੋ ਰੀ ਆ ਗਏ ਹੂੰ ਤੇ ਉਹ ਵਿਚਾਰੇ ਨਾ ਜਿਉਂਦੇ ਜਾਗਦੇ ਅੱਗ ਲਾ ਕੇ ਸਾੜਤੇ ਵੀ ਇਹ ਬੰਦਾ ਝੂਠ ਬੋਲ। ਹਾਂ। ਔਰ 550 ਵਰੇ ਤੋਂ ਬਾਅਦ ਫਿਰ ਮਾਫੀ ਵੀ ਮੰਗ ਲਈ ਵੀ ਉਹ ਠੀਕ ਸੀ ਅਸੀਂ ਬਰੂਨੋ ਨਹੀਂ ਠੀਕ ਸੀ। ਹਾਂ ਠੀਕ ਹੈ ਨਾ, ਕਿਉਂਕਿ ਉਹਦੇ ਕਹਿਣ ਨਾਲ ਜਿਹੜਾ ਅਖੌਤੀ ਧਰਮ ਦੀ ਜਿਹੜੀ ਪ੍ਰਾਪਤੀ ਹੈ ਵੀ ਸਾਨੂੰ ਬੜਾ ਪਤਾ ਹੈ ਜਦੋਂ ਧਰਮ ਨੂੰ ਡਿਵਾਈਨ ਥਿਊਰੀ ਦੇ ਵਿੱਚ ਅਸੀਂ ਪਾ ਕੇ ਪੇਸ਼ ਕਰਦੇ ਹਾਂ। ਕੋਈ ਵੀ ਧਰਮ ਹੈ ਦੁਨੀਆ ਦਾ, ਭਾਵੇਂ ਤਾਂ ਉਹ ਸੈਮਟਿਕ ਰਿਲੀਜਨ ਹੈ, ਭਾਵੇਂ ਉਹ ਭਾਰਤੀ ਧਰਮ ਹੈ, ਜਿਵੇਂ ਹਿੰਦੂ, ਬੋਧੀ, ਜੈਨੀ, ਸਿੱਖ, ਅਸੀਂ ਸਾਰੇ ਜਿਹੜੇ ਸੱਚ ਬੋਲਦੇ ਗਏ, ਚਾਹੇ ਉਹ ਸੁਕਰਾਤ ਸੀਗਾ ਚਾਹੇ ਕੋਈ ਹੋਰ ਸੀਗਾ, ਉਹਨਾਂ ਨੇ ਉਹਨਾਂ ਨੂੰ ਸੂਲੀ ਤੇ ਚਾੜਤਾ। ਬਾਹਲੀ ਗੱਲ ਕਿਹਾ ਵੀ ਮੱਧ ਯੁੱਗ ਦਾ ਜਦੋਂ ਪਸਾਰਾ ਖਤਮ ਹੋਣ ਲੱਗਿਆ, ਵਿਗਿਆਨ ਦਾ ਚਾਨਣ ਸ਼ੁਰੂ ਹੋ ਗਿਆ, ਗੈਲੀਲੀਓ ਵੀ ਵਿਚਾਰੇ ਚੜ੍ਹਤੇ। ਕੀ ਕਹਿੰਦਾ ਸੀ ਗੈਲੀਲੀਓ? ਉਹਨੂੰ ਪਤਾ ਕੀ ਕਹਿੰਦੇ? ਆਦਾ ਓਏ 80 ਸਾਲ ਦੇ ਬੁੱਢਿਆ, ਤੂੰ ਕਹਿ ਧਰਤੀ ਖੜੀ ਹੈ ਤੇ ਸੂਰਜ ਘੁੰਮ ਰਿਹਾ ਤੇ ਨਹੀਂ ਤੈਨੂੰ ਸਜ਼ਾਏ ਮੌਤ ਹੈ। ਪਾਦਰੀ ਸੀਗੇ ਰੋਮ ਦੇ, ਉਹ ਆਦੇ ਜੀ ਠੀਕ ਹੈ ਧਰਤੀ ਖੜੀ ਹੈ ਸੂਰਜ ਘੁੰਮਦਾ, ਚਲੋ ਆਦਾ ਮੌਤ ਤੋਂ ਬਚ ਗਿਆ ਜਾ। ਜਦੋਂ ਜਾਣ ਲੱਗਿਆ ਇੱਕ ਪੈਰ ਬਾਹਰ ਧਰਿਆ ਦਰਵਾਜ਼ੇ ਦੇ ਤੇ ਇੱਕ ਅਜੇ ਤੱਕ ਪਿੱਛੇ ਦਰਵਾਜ਼ੇ ਦੇ ਅੰਦਰ ਸੀ। ਉਹਦਾ ਤੂੰ ਝੂਠ ਮਾਰਤਾ, ਧਰਤੀ ਤਾਂ ਅਜੇ ਵੀ ਘੁੰਮੀ ਜਾਂਦੀ ਹੈ। ਉਹਨੂੰ ਗਿਆਨ ਸੀ। ਹਾਂ ਉਹਨੂੰ ਗਿਆਨ ਸੀ ਨਾ। ਉਹਦਾ ਕੋਈ ਗੱਲ ਨਹੀਂ, ਧਰਤੀ ਕਿਹੜਾ ਘੁੰਮਣੋਂ ਹਟ ਗਈ, ਮੂਰਖਾਂ ਦੇ ਹੱਥੋਂ ਤਾਂ ਮਰਨੋਂ ਬਚੇ, ਮੂਰਖਾਂ ਦੇ ਹੱਥੋਂ ਮਰਨੋਂ ਬਚੇ। ਮਤਲਬ ਜਦੋਂ ਕੋਈ ਨਵੀਂ ਖੋਜ ਹੁੰਦੀ ਹੈ, ਕੋਈ ਕਰਨਾ ਚਾਹੁੰਦਾ, ਕੋਈ ਦੱਸਣਾ ਚਾਹੁੰਦਾ ਹੈ ਨਾ, ਜਿਹੜੀ ਸਥਾਪਤੀ ਹੈ ਭਾਵੇਂ ਧਰਮ ਦੀ ਹੈ ਭਾਵੇਂ ਰਾਜ ਦੀ ਹੈ, ਇਹ ਚਰਚ ਤੇ ਸਟੇਟ ਜਦੋਂ ਇਕੱਠੇ ਹੋ ਜਾਣ ਨਾ ਇਹ ਫਿਰ ਮਨੁੱਖਤਾ ਦਾ ਘਾਣ ਕਰਦੇ ਆ। ਹੁਣ ਡਾਕਟਰ ਵਿਗਿਆਨ ਦਾ ਵੀ ਘਾਣ ਬੀਐਸ ਔਲਖ ਹੋਣੀ ਸਾਡੇ ਕੋਲ ਬੈਠੇ ਆ ਹਨਾ, ਇਹ ਡਰੱਗ ਸਾਇੰਟਿਸਟ ਨੇ, ਖੋਜ ਵਿਗਿਆਨੀ ਨੇ, ਇਹ ਕਹਿੰਦੇ ਨੇ, ਇਹ ਪਿੱਟ ਕੇ ਕਹਿ ਰਹੇ ਨੇ ਕਿ ਮੇਰੀ ਦਵਾਈ ਕਾਰਗਰ ਹੈ, ਮੇਰੀ ਦਵਾਈ ਕਾਰਗਰ ਹੈ, ਪਸ਼ੂ ਬਚ ਸਕਦੇ ਨੇ, ਲੱਖਾਂ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਬਚ ਸਕਦਾ ਹੈ। ਸਰਕਾਰ ਕੋਈ ਸਟੈਪ ਲੈ ਰਹੀ ਅਣਗੌਲਿਆ? ਤੁਹਾਨੂੰ ਮੈਂ ਕਹਿੰਦਾ ਸਰਕਾਰਾਂ ਨੂੰ ਕਦੋਂ ਫਾਇਦਾ ਹੁੰਦਾ ਹੈ? ਵੱਡੀ ਬਿਮਾਰੀ ਚੱਲੇ ਸਰਕਾਰ ਨੂੰ ਫਾਇਦਾ। ਅੱਛਾ ਹਾਂ, ਹੜ੍ਹ ਆ ਜੇ ਸਰਕਾਰ ਨੂੰ ਫਾਇਦਾ, ਵੱਡੀ ਲੜਾਈ ਲੱਗ ਜੇ ਸਰਕਾਰਾਂ ਨੂੰ ਫਾਇਦਾ। ਮਰਨਾ ਤਾਂ ਲੋਕਾਂ ਨੇ ਆ। ਜਦੋਂ ਕਰੋਨਾ ਹੋਇਆ ਕਹਿੰਦੇ ਜੀ ਤਾਂ ਕਰਕੇ ਸਰਕਾਰ ਤੋਂ ਕੰਮ ਨਹੀਂ ਹੋਏ ਕਿ ਕਰੋਨਾ ਫੈਲ ਗਿਆ, ਤੁਹਾਨੂੰ ਸਭ ਨੂੰ ਇਹ ਪਤਾ ਹੈ, ਨਹੀਂ ਤਾਂ ਆਪਾਂ ਪਤਾ ਨਹੀਂ ਤਾਂ ਅਸੀਂ ਪਹਾੜਾਂ ਤੇ ਚੜ ਜਾਣਾ ਸੀ, ਐਵਰੈਸਟ ਦੇ ਉੱਤੇ ਝੰਡੇ ਗੱਡ ਦੇਣੇ ਸੀ ਅਸੀਂ। ਸਮਾਂ ਇਹ ਚੀਜ਼ਾਂ ਇਹਨਾਂ ਦੇ ਰਾਹ ਸਾਂਝੇ, ਇਹਨਾਂ ਦੇ ਬੰਦੇ, ਇਹਨਾਂ ਦਾ ਕਾਰਪੋਰੇਟ ਸੈਕਟਰ ਅਮੀਰ ਹੋਇਆ ਨਾ, ਸਾਰੇ ਲੋਕਾਂ ਦੀਆਂ ਕਿਸੇ ਦੀ ਨੌਕਰੀ ਗਈ, ਕਿਸੇ ਦਾ ਕਾਰੋਬਾਰ ਗਿਆ, ਕਿਸੇ ਦਾ ਰੁਜ਼ਗਾਰ ਗਿਆ ਤੇ ਕਾਰਪੋਰੇਟ ਸੈਕਟਰ ਦਾ ਧੰਦਾ ਵਧਿਆ। ਅਡਾਨੀ ਸਾਹਿਬ ਦੁਨੀਆ ਭਰ ਦੇ ਤੀਜੇ ਨੰਬਰ ਤੇ ਆ ਗਏ, ਹੁਣ ਤਾਂ 2 ਨੰਬਰ ਤੇ ਆ ਗਏ। 2 ਨੰਬਰ ਤੇ ਹਾਂਜੀ, ਏਸ਼ੀਆ ਦਾ ਨੰਬਰ 1 ਬਣ ਗਿਆ। ਤੇ ਉਹਨੇ ਕਿਹੜੀ ਇਹੋ ਜਿਹੀ ਚੱਕੀ ਝੋਈ ਆ ਬਈ ਜਿਹਦੇ ਨਾਲ ਇਕੱਲੇ ਅਮੀਰ ਹੁੰਦਾ ਹੈ? ਤੇ ਉਹਨਾਂ ਕੋਲ ਕਿਹੜਾ ਇਹੋ ਜਿਹਾ ਦਿਮਾਗ ਹੈ ਤੇ ਕਿਹੜਾ ਇਹੋ ਜਿਹਾ ਉਹਨਾਂ ਕੋਲ ਸਿਸਟਮ ਹੈ? ਮਤਲਬ ਸ਼ਮ ਖੁੱਲ ਜਾਏ ਹੈ ਅਲੀ ਬਾਬਾ ਤੇ 40 ਚੋਰ ਵਾਲੀ ਵੀ ਆ ਲਓ ਜੀ ਕਰਤਾ। ਤੇ ਬਾਕੀ ਕਹਿੰਦੇ ਵੀ ਸੱਤ ਜੋ ਕਰਨਾ ਅਸੀਂ ਵੀ ਕਰਨਾ ਚਾਹੁੰਦੇ ਆ। ਮੋਨੋਪੋਲੀ ਹੋ ਗਈ ਹੈ ਨਾ, ਮੋਨੋਪੋਲੀ। ਉਹਨਾਂ ਨੇ ਆਪਣਾ ਏਕਾਧਿਕਾਰ ਜਮਾ ਕੇ ਸਾਰੇ ਆਰਥਿਕਤਾ ਤੇ ਕਬਜ਼ਾ ਕਰਕੇ ਮਨੁੱਖਤਾ ਦਾ ਘਾਣ ਸਰਕਾਰਾਂ ਨਾਲ ਮਿਲ ਕੇ। ਔਲਖ ਸਾਹਿਬ ਹੁਣ ਇਹ ਗੱਲ ਸਮਝਦੇ ਆ, ਪਰ ਅਸੀਂ ਸਟੇਟ ਤੋਂ ਆਸ ਰੱਖਦੇ ਆ। ਸਾਨੂੰ ਆਏ ਆ ਵੀ ਪੰਜਾਬ ਦੇ ਵਿੱਚ ਹੁਣ ਦੇਖੋ ਜਿਹੜੀ ਪਾਰਟੀ ਆ ਉਹਦਾ ਨਾਮ ਹੈਗਾ ਆਮ ਆਦਮੀ ਪਾਰਟੀ, ਕਿ ਆਮ ਲੋਕਾਂ ਦੀ ਪਾਰਟੀ। ਹੁਣ ਅਸੀਂ ਵੀ ਆਮ ਲੋਕ ਹੀ ਆ, ਤੁਸੀਂ ਵੀ ਆਮ ਲੋਕ ਹੋ, ਤੇ ਜਿਨ੍ਹਾਂ ਦੇ ਪਸ਼ੂ ਮਰ ਰਹੇ ਨੇ ਉਹ ਵੀ ਆਮ ਲੋਕ ਹੀ ਨੇ, ਤੇ ਉਹਨਾਂ ਦਾ ਭਲਾ ਕਿਵੇਂ ਹੋ ਸਕਦਾ? ਭਲਾ ਇਦਾਂ ਹੋ ਸਕਦਾ, ਨਿਊ ਡਰੱਗ ਐਂਡ ਕਲੀਨਿਕਲ ਟ੍ਰਾਇਲ ਰੂਲ ਦੇ ਵਿੱਚ ਅਜੇ ਕੁਝ ਨਿਯਮ ਬਚੇ ਨੇ। ਭਗਵੰਤ ਮਾਨ ਜੀ ਮੇਰੀ ਗੱਲ ਗੌਰ ਨਾਲ ਸੁਣ ਲਓ, ਉਹਦੇ ਤਹਿਤ ਤੁਸੀਂ ਇਸ ਦਵਾਈ ਨੂੰ ਪ੍ਰਮੋਟ ਕਰ ਸਕਦੇ ਹੋ। ਤੁਸੀਂ ਟ੍ਰਾਇਲ ਕਰ ਲਓ, ਤੁਸੀਂ ਨਾ, ਹੋ ਸਕਦਾ ਮੈਂ ਝੂਠ ਬੋਲਦਾ ਹਾਂ। ਔਰ ਦੂਜੀ ਗੱਲ ਇਹ ਆ ਕਿ ਇੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ, ਬੜੀ ਗੌਰਵਸ਼ਾਲੀ ਸੰਸਥਾ ਰਹੀ ਹੈ। ਅੱਜ ਦੀ ਤਰੀਕ 'ਚ ਇਹਨਾਂ ਦਾ ਗੌਰਵ ਗਾਇਬ ਹੋ ਗਿਆ। ਅੱਜ ਦੀ ਤਰੀਕ 'ਚ ਮਨਸੈਂਟੋ ਦੀ ਕੁਤੀੜ ਬਣ ਕੇ ਰਹਿ ਗਈਆਂ ਯੂਨੀਵਰਸਿਟੀਆਂ। ਮੈਂ ਚਾਹੁੰਦਾ ਇਹਨਾਂ ਦਾ ਪੁਰਾਣਾ ਗੌਰਵ ਇਹਨਾਂ ਨੂੰ ਫਿਰ ਤੋਂ ਮਿਲੇ। ਇਹ ICMR ICAR ਵਰਗੀਆਂ ਸੰਸਥਾਵਾਂ ਜਿਹੜੀ ਦਲਾਲੀ ਕਰ ਰਹੀਆਂ ਨੇ, ਏਜੰਟ ਬਣੀਆਂ WHO ਦੀਆਂ, ਅਸੀਂ WHO ਤੋਂ ਸਾਨੂੰ ਬਾਹਰ ਨਿਕਲਣਾ ਪਵੇਗਾ। ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਸਾਇੰਸ ਨਾਲ ਸਿਸਟਮ ਟਕਰਾਉਂਦਾ, ਸਿਸਟਮ ਟੁੱਟਦਾ ਹੁੰਦਾ। ਇਹ ਲੱਗਦਾ ਮੈਨੂੰ, ਪਤਾ ਨਹੀਂ
ਕਿ ਯੁੱਗ ਬਦਲਣ ਵਾਲਾ, ਇਹ ਸਿਸਟਮ ਟੁੱਟਣ ਵਾਲਾ, ਇਹ ਕਾਰਪੋਰੇਟ ਘਰਾਣਿਆਂ ਨੇ ਅੱਤ ਚੱਕ ਲਈ ਹੈ। ਪੰਜਾਬੀ 'ਚ ਇੱਕ ਕਹਾਵਤ ਆ, ਕਹਿੰਦੇ ਕੁੱਤਾ ਮਸੀਤੇ ਚੜ ਜਾਂਦਾ। ਇਹ ਕਾਰਪੋਰੇਟ ਸਿਸਟਮ ਜਿਹੜਾ ਨਾ ਹੁਣ ਇਹ ਮਸੀਤੇ ਚੜ ਗਿਆ ਹੋਇਆ, ਹੁਣ ਇਹਨੇ ਮਰਨਾ ਹੈ। ਬਾਕੀ ਬਾਪੂ ਜੀ ਦੱਸਣਗੇ। ਅੱਤ ਤੇ ਕਹਿੰਦਾ ਜਦੋਂ ਅੰਤ ਤੇ ਹੋਣ ਖੁਦਾ ਦਾ ਤੇ ਵੈਰ ਬਹੁਤਾ ਸਮਾਂ ਨਹੀਂ ਲੱਗਦਾ ਹੈਗਾ। ਬਿਲਕੁਲ, ਅੱਤ ਤੇ ਖੁਦਾ ਦਾ ਵੈਰ ਹੈ, ਇਤਿਹਾਸ ਦੱਸਦਾ। ਫਿਰ ਇਹਨਾਂ ਨੇ ਮਰਨੇ। ਚਲੋ ਬਹੁਤ ਧੰਨਵਾਦ ਬਾਪੂ ਬਲਕੌਰ ਸਿੰਘ ਜੀ, BS ਔਲਖ ਸਾਹਿਬ। ਸਾਡੀ ਜਿਹੜੀ ਕੋਸ਼ਿਸ਼ ਸੀਗੀ ਉਹ ਇਹ ਸੀਗੀ ਕਿ ਜਿਹੜੇ ਡਰੱਗ ਸਾਇੰਟਿਸਟ ਨੇ ਇਹਨਾਂ ਦੀ ਗੱਲ ਸਰਕਾਰ ਤੱਕ ਪਹੁੰਚੇ। ਤੁਸੀਂ ਵੀ ਇਹ ਇੰਟਰਵਿਊ ਸੁਣਨ ਤੋਂ ਬਾਅਦ ਕਮੈਂਟ ਕਰਿਓ ਜਾਂ ਸਰਕਾਰ ਤੱਕ ਇਸ ਵੀਡੀਓ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਇੱਕ ਭਲੇ ਦਾ ਕੰਮ ਹੈ ਕਿ ਲੰਪੀ ਸਕਿਨ ਦੀ ਬਿਮਾਰੀ ਦਾ ਡਾਕਟਰ ਸਾਹਿਬ ਜਾਂ ਜਿਹੜੇ ਡਰੱਗ ਸਾਇੰਟਿਸਟ ਨੇ ਉਹ ਕਹਿ ਰਹੇ ਨੇ ਕਿ ਇਲਾਜ ਹੈਗਾ, ਉਹ ਦਵਾਈ ਨੂੰ ਵਰਤ ਕੇ ਦੇਖ ਲਓ ਤੇ ਟਰਾਇਲ ਕਰਕੇ ਦੇਖ ਲਓ, ਉਹਨੂੰ ਕਿਸੇ ਕਲੀਨਿਕ ਦੇ ਵਿੱਚ, ਲੈਬ ਦੇ ਵਿੱਚ ਚੈੱਕ ਕਰਾ ਕੇ ਦੇਖ ਲਓ। ਜੇ ਫਾਇਦਾ ਹੁੰਦਾ ਏ ਪਸ਼ੂ ਪਾਲਕਾਂ ਦਾ ਤਾਂ ਫਾਇਦਾ ਹੋ ਜਾਵੇ। ਇੱਕ ਗੱਲ ਛੋਟੀ ਜੀ, ਮੈਂ ਡਰੱਗ ਸਾਇੰਟਿਸਟ, ਅਸੀਂ ਬੜੇ ਸ਼ਰੀਫ ਬੰਦੇ ਹੁੰਦੇ ਆ, ਮੈਂ ਕੋਈ ਸਖਤ ਭਾਸ਼ਾ ਨਹੀਂ ਵਰਤ ਸਕਦਾ। ਪਰ ਤੁਸੀਂ ਸਾਰਿਆਂ ਨੇ ਜੰਜੀਰ ਫਿਲਮ ਦੇਖੀ ਹੋਣੀ, ਉਹਦੇ 'ਚ ਇੱਕ ਪੁਰਾਣ ਦਾ ਸੀਨ ਹੁੰਦਾ ਕਿ ਉਹ ਮੁੱਛ ਦਾ ਵਾਲ। ਮੇਰਾ ਚੈਲੰਜ ਹੈ, ਇਹ ਸਮਝ ਲਓ ਪਠਾਨ ਦੀ ਮੁੱਛ ਦਾ ਵਾਲ ਹੈ, ਤੁਸੀਂ ਗਲਤ ਸਾਬਤ ਕਰੋ, ਤੁਸੀਂ ਮੈਨੂੰ ਗਲਤ ਸਾਬਤ ਕਰੋ। ਇਹ ਖੋਜ ਹੋ ਚੁੱਕੀ ਹੈ ਬ੍ਰਾਡ ਸਪੈਕਟਰਮ ਐਂਟੀਵਾਇਰਲ ਡਰੱਗ ਦੀ, ਇਹ ਨਹੀਂ ਰੁਕਣੀ। ਤੁਹਾਡੇ ਸਰਕਾਰਾਂ ਦੇ ਰੋਕਿਆ ਵੀ ਨਹੀਂ ਰੁਕਣੀ, ICMR ਦੇ ਰੋਕਿਆ ਨਹੀਂ ਰੁਕਣੀ, WHO ਦੇ ਰੋਕਿਆ ਨਹੀਂ। ਉਹ ਜਦੋਂ ਲੋਕਾਂ ਨੂੰ ਕੱਲ ਨੂੰ ਪਤਾ ਚੱਲਿਆ ਕਿ ਜਦੋਂ ਕਰੋਨਾ ਦੇ ਵਿੱਚ ਸਾਡੇ ਬੱਚੇ ਮਰੇ ਸੀ, ਇਹ ਸਰਕਾਰਾਂ ਨੇ ਮਾਰੇ ਸੀ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ। ਹੁਣ ਜਿਹੜੇ ਸਾਡੇ ਪਸ਼ੂ ਮਰ ਰਹੇ ਨੇ, ਇਹ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਮਾਰੇ ਜਾ ਰਹੇ ਨੇ, ਕਿਉਂਕਿ ਉਹਨਾਂ ਦੀਆਂ ਵੈਕਸੀਨਾਂ ਵੇਚਣੀਆਂ ਕੱਲ ਨੂੰ ਬੜੀ ਬੁਰੀ ਹੋਣੀ ਆ। ਤੁਹਾਨੂੰ ਭੱਜਿਆਂ ਨੂੰ ਵਾਹਣ ਨਹੀਂ ਮਿਲਣੇ, ਤੁਹਾਨੂੰ ਸਰਕਾਰੋ, ਤੁਹਾਨੂੰ ਭੱਜਿਆਂ ਨੂੰ ਵਾਹਣ ਨਹੀਂ ਮਿਲਣੇ, ਸੁਧਰ ਜਾਓ। ਬਹੁਤ ਧੰਨਵਾਦ BS ਔਲਖ ਜੀ, ਬਹੁਤ ਧੰਨਵਾਦ ਬਾਪੂ ਬਲਕੌਰ ਸਿੰਘ ਜੀ। ਇਸ ਪੇਸ਼ਕਸ਼ 'ਚ ਇੰਨਾ ਹੀ, ਸਾਨੂੰ ਦਿਓ ਇਜਾਜ਼ਤ। ਧੰਨਵਾਦ।